ਸਾਰੀ ਬਾਣੀ ਨੂੰ ਸਤਿਗੁਰੂ ਜੀ ਨੇ ਸੰਪਾਦਨ ਕੀਤਾ ਤੇ 10 ਗੁਰੂ ਸਾਹਿਬਾਨ ਨੇ 239 ਸਾਲ ਦਾ ਸਮਾਂ ਲਾ ਕੇ ਇਹ ਅੰਮ੍ਰਿਤਮਈ ਖਜ਼ਾਨਾ ਮਨੁੱਖਤਾ ਦੀ ਝੋਲੀ ਵਿੱਚ ਪਾਇਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਆਪ ਜੀ ਨੇ ਬਹੁਤ ਹੀ ਚਾਵਾਂ ਤੇ ਖੁਸ਼ੀਆਂ ਨਾਲ 2 ਦਿਨ ਪਹਿਲਾਂ ਮਨਾਇਆ ਹੈ ਤੇ ਹਜੇ ਤੱਕ ਜਿਵੇਂ ਸਿੰਘ ਸਾਹਿਬ ਨੇ ਬੇਨਤੀ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਤੋਂ ਜਾਣੂ ਕਰਾਉਣ ਵਾਸਤੇ ਪ੍ਰਦਰਸ਼ਨੀ ਪੁਸਤਕ ਪ੍ਰਦਰਸ਼ਨੀ ਲੱਗੀ ਹੋਈ ਹੈ ਔਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾਵਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਆਪੋ ਆਪਣੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਵਾਨ ਕੀਤੇ ਜਾਣੇ ਨੇ ਹੋ ਰਹੇ ਨੇ। ਸੋ ਗੁਰੂ ਸਵਾਰਿਓ, ਸਤਿਗੁਰਾਂ ਨੇ ਸਾਨੂੰ ਜੋ ਨਿਰਮਲ ਪੰਥ ਬਖਸ਼ਿਸ਼ ਕੀਤਾ, ਉਸ ਨਿਰਮਲ ਪੰਥ ਦੇ ਵਿੱਚ ਗੁਰਦੇਵ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਸਤਿਗੁਰੂ ਜੀ ਨੇ ਖਸਮ ਦੀ ਬਾਣੀ ਦੀ ਬਖਸ਼ਿਸ਼ ਕੀਤੀ ਹੈ, ਧੁਰ ਕੀ ਬਾਣੀ ਦੀ ਬਖਸ਼ਿਸ਼ ਕੀਤੀ ਹੈ ਤੇ ਸਾਨੂੰ ਇਸ ਨਿਰਮਲ ਪੰਥ ਵਿੱਚ, ਖਾਲਸਾ ਪੰਥ ਵਿੱਚ ਸਾਨੂੰ ਬਾਣੀ ਦੇ ਲੜ ਲਾਇਆ ਹੈ, ਬਾਣੀ ਦੇ ਨਾਲ ਜੋੜਿਆ ਹੈ। ਭਾਵ ਖਾਲਸੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਨੇ ਨਿਰਬਲ ਬਾਣੀ ਤੋਂ ਸੇਧ ਲੈਣੀ ਹੈ, ਪਵਿੱਤਰ ਬਾਣੀ ਤੋਂ ਸੇਧ ਲੈਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਇੱਕ ਸ਼ਬਦ ਸਾਨੂੰ ਜਿਹੜਾ ਹੈ ਸੋਝੀ ਕਰਾਉਂਦਾ ਹੈ, ਇੱਕ ਇੱਕ ਸ਼ਬਦ ਗਿਆਨ ਦਾ ਭੰਡਾਰ ਹੈ, ਇੱਕ ਇੱਕ ਸ਼ਬਦ ਕੀਮਤੀ ਰਤਨ ਹੈ। ਜਿਹਨੂੰ ਅਸੀਂ ਪਵਿੱਤਰ ਬਾਣੀ ਵਿੱਚ ਪੜ੍ਹਦੇ ਹਾਂ ਨਾ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਗੁਰੂ ਦੇ ਸ਼ਬਦ ਦੀ ਇੱਕ ਇੱਕ ਸਿੱਖਿਆ ਸਾਡੇ ਜੀਵਨ ਨੂੰ ਤਬਦੀਲ ਕਰਨ ਦੀ ਸਮਰੱਥਾ ਰੱਖਦੀ ਹੈ। ਗੁਰੂ ਸਵਾਰਿਓ, ਮੇਰੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇਕਰ ਕੋਈ ਸਿੱਖ ਸਤਿਗੁਰਾਂ ਦੀ ਇੱਕ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਵਸਾ ਲਵੇ ਤਾਂ ਉਹਦੇ ਜੀਵਨ ਵਿੱਚ ਅਨੇਕਾਂ ਹੀ ਗਿਆਨ ਦੇ ਮੋਤੀ, ਜਵਾਹਰਾਤ, ਹੀਰੇ ਜਿਹੜਾ ਉਹ ਪੈਦਾ ਹੋ ਜਾਂਦੇ। ਭਾਵ ਉਹਨੂੰ ਗਿਆਨ ਦੀ ਸੋਝੀ ਹੋ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਸ ਗੱਲ ਨੂੰ ਚੇਤੇ ਰੱਖਿਓ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਜੇ ਗੁਰੂ ਦਾ ਜ਼ਿੰਦਗੀ ਵਿੱਚ ਗਿਆਨ ਨਹੀਂ, ਫਿਰ ਤੇ ਭਾਵੇਂ ਜਿਹੜਾ ਹੈ ਉਹ 100 ਚੰਦਰਮੇ ਉਗ ਪੈਣ, ਹਜ਼ਾਰਾਂ ਸੂਰਜ ਚੜ ਜਾਣ, ਉਹਨਾਂ ਦਾ ਚਾਨਣ ਕਿਸੇ ਕੰਮ ਦਾ ਨਹੀਂ ਜੇ ਗੁਰੂ ਦਾ ਜ਼ਿੰਦਗੀ ਵਿੱਚ ਗਿਆਨ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਗੁਰਮਤਿ ਦੇ ਗਿਆਨ ਤੋਂ ਜੋ ਸੋਝੀ ਬਖਸ਼ਿਸ਼ ਕਰ ਰਹੇ ਨੇ, ਗੁਰਬਾਣੀ ਦੇ ਭੰਡਾਰ ਚੋਂ ਜੋ ਸੋਝੀ ਬਖਸ਼ਿਸ਼ ਕਰ ਰਹੇ ਨੇ, ਉਸ ਵਿੱਚ ਮੇਰੇ ਮਾਲਕ ਗੁਰੂ ਅਰਜਨ ਸਾਹਿਬ ਮਹਾਰਾਜ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ 5ਵੀਂ ਜੋਤ ਗੌੜੀ ਰਾਗ ਵਿੱਚ ਮੇਰੇ ਮਾਲਕ ਨੇ ਬਖਸ਼ਿਸ਼ ਕੀਤੀ ਹੈ। ਅੱਜ ਦਾ ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਅਤੇ ਪਵਿੱਤਰ ਅੰਕ 201 ਅਤੇ 2 ਉੱਤੇ ਸੁਭਾਏਮਾਨ ਹੈ। ਮੇਰੇ ਮਾਲਕ ਸਤਿਗੁਰਾਂ ਨੇ ਰਾਹੋ ਦੀਆਂ ਪਾਵਨ ਪਵਿੱਤਰ ਪੰਕਤੀਆਂ ਵਿੱਚ ਜੋ ਬਖਸ਼ਿਸ਼ ਕੀਤੀ ਹੈ, ਗੁਰਦੇਵ ਆਖਦੇ ਨੇ, ਖੇਮ ਭਇਆ ਕੁਸਲ ਘਰ ਆਏ, ਭੇਟਤ ਸਾਧ ਸੰਗ ਗਈ ਬਲਾਏ, ਰਹਾਉ। ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਇਹਨਾਂ ਪਾਵਨ ਪਵਿੱਤਰ ਪੰਕਤੀਆਂ ਵਿੱਚ ਮੇਰੇ ਮਾਲਕ ਕਹਿੰਦੇ, ਜਿਸ ਦਿਨ ਉਹ ਮਾਲਕ ਘਰ ਵਿੱਚ ਆ ਗਿਆ,
ਕਰਤਾ ਪੁਰਖ ਹਿਰਦੇ ਵਿੱਚ ਵਸ ਗਿਆ, ਪਾਰ ਬ੍ਰਹਮ ਪਰਮੇਸ਼ਰ ਹਿਰਦੇ ਵਿੱਚ ਵਸ ਗਿਆ, ਉਹਦੀ ਯਾਦ ਸਾਡੇ ਹਿਰਦੇ ਵਿੱਚ ਵਸ ਗਈ, ਉਹਦੀ ਜ਼ਿੰਦਗੀ ਸਵਰ ਜਾਂਦੀ ਹੈ। ਉਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਉਹ ਸ਼ਾਂਤੀ ਆ ਜਾਂਦੀ ਹੈ, ਆਨੰਦ ਆ ਜਾਂਦਾ ਹੈ। ਕਰਤਾ ਪੁਰਖ ਵਾਹਿਗੁਰੂ ਜੀ ਦੀ ਯਾਦ ਵਸ ਜਾਣੀ, ਕਰਤਾ ਪੁਰਖ ਪਰਮੇਸ਼ਰ ਦਾ ਹਿਰਦੇ ਵਿੱਚ ਵਸ ਜਾਣਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈ ਵਸਾਇਆ, ਸੁਖ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ। ਸਤਿਗੁਰੂ ਪਾਤਸ਼ਾਹ ਕਹਿੰਦੇ ਜ਼ਿੰਦਗੀ ਦੇ ਫਿਰ ਸਾਰੇ ਸਹਿਮ ਮੁੱਕ ਜਾਂਦੇ ਨੇ, ਜ਼ਿੰਦਗੀ ਦੇ ਸਾਰੇ ਤੋਖਲੇ ਮੁੱਕ ਜਾਂਦੇ ਨੇ। ਜਿਸ ਦਿਨ ਹਿਰਦੇ ਰੂਪੀ ਘਰ ਦੇ ਵਿੱਚ ਹਿਰਦੇ ਦਾ ਮਾਲਕ ਉਹ ਕਰਤਾ ਪੁਰਖ ਪਾਰ ਬ੍ਰਹਮ ਪਰਮੇਸ਼ਰ ਆ ਕੇ ਵਸ ਗਿਆ। ਮੇਰੇ ਮਾਲਕ ਸਤਿਗੁਰੂ ਜੀ ਆਖਦੇ ਨੇ, ਭਾਈ ਇੰਨਾ ਹੀ ਨਹੀਂ, ਗੁਰਦੇਵ ਕਹਿੰਦੇ ਜਿਹੜੀਆਂ ਬਲਾਵਾਂ ਜ਼ਿੰਦਗੀ ਨੂੰ ਚਿਮੜੀਆਂ ਪਈਆਂ ਸਨ ਔਰ ਜਨਮ ਤੋਂ ਲੈ ਕੇ ਹੀ ਮਨੁੱਖ ਨੂੰ ਚਿਮੜ ਗਈਆਂ ਸਨ, ਉਹ ਵੀ ਦੂਰ ਹੋ ਜਾਂਦੀਆਂ ਨੇ। ਭੇਟਤ ਸਾਧ ਸੰਗ ਗਈ ਬਲਾਏ, ਜਦੋਂ ਸਤਿਗੁਰੂ ਦਾ ਸੰਗ ਪ੍ਰਾਪਤ ਹੋਇਆ, ਜਦੋਂ ਸਾਨੂੰ ਸਤਿਗੁਰੂ ਦਾ ਇਹ ਮਹਾਨ ਸਤਸੰਗ ਪ੍ਰਾਪਤ ਹੁੰਦਾ ਹੈ, ਤਾਂ ਗੁਰਦੇਵ ਕਹਿੰਦੇ ਫਿਰ ਬਲਾਏ ਜਿਹੜੀ ਹੈ ਉਹ ਟਲ ਜਾਂਦੀ ਹੈ, ਬਲਾਏ ਦੂਰ ਹੋ ਜਾਂਦੀ ਹੈ। ਇਹੋ ਜੀ ਕਿਹੜੀ ਬਲਾ ਹੈ ਜਿਹੜੀ ਮਨੁੱਖ ਨੂੰ ਬਚਪਨ ਤੋਂ ਲੈ ਕੇ ਤੇ ਰਹਿੰਦੀ ਜ਼ਿੰਦਗੀ ਤੱਕ ਚਿਮੜੀ ਰਹਿੰਦੀ ਹੈ। ਸਤਿਗੁਰੂ ਕਹਿੰਦੇ ਇੱਕੋ ਹੀ ਬਲਾ ਹੈ, ਉਹ ਹੈ ਮਾਇਆ। ਮਾਇਆ ਨੇ ਜਿਹੜਾ ਹੈ, ਜਦੋਂ ਦਾ ਮਨੁੱਖ ਦਾ ਇਸ ਸੰਸਾਰ ਵਿੱਚ ਜਨਮ ਹੋਇਆ ਤੇ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਸਨੇ ਆਪਣਾ ਅਮਰ, ਆਪਣਾ ਪ੍ਰਭਾਵ, ਆਪਣਾ ਹੁਕਮ ਉਦੋਂ ਤੋਂ ਹੀ ਮਨੁੱਖ ਤੇ ਪਾਣਾ ਸ਼ੁਰੂ ਕਰ ਦਿੱਤਾ। ਮਨੁੱਖ ਦਾ ਇਸ ਸੰਸਾਰ ਵਿੱਚ ਆਉਣਾ ਹੋਇਆ, ਸਾਰੇ ਹੀ ਕਹਿੰਦੇ ਸਨ ਵੀ ਮਾਂ ਦੇ ਗਰਭ ਵਿੱਚ ਇਹ ਪੁੱਠਾ ਲਟਕਿਆ ਹੋਇਆ ਸੀ, ਤੇ ਜਦੋਂ ਮਾਂ ਦੇ ਗਰਭ ਦੇ ਵਿੱਚ ਪੁੱਠਾ ਲਮਕਿਆ ਹੋਇਆ, ਇਹਦੀ ਲਿਵ ਪਾਰ ਬ੍ਰਹਮ ਪਰਮੇਸ਼ਰ ਕਰਤਾ ਪੁਰਖ ਅਕਾਲ ਪੁਰਖ ਨਾਲ ਜੁੜੀ ਹੋਈ ਸੀ। ਤੇ ਜਿਵੇਂ ਹੀ ਸੰਸਾਰ ਵਿੱਚ ਇਹ ਆਇਆ, ਇਹਦੀ ਲਿਵ ਪਰਮੇਸ਼ਰ ਵਾਹਿਗੁਰੂ ਤੋਂ ਛੁੱਟ ਕੇ ਤ੍ਰਿਸ਼ਨਾ ਵਾਲੇ ਪਾਸੇ ਲੱਗ ਗਈ। ਮੁਖ ਤਲੈ ਪੈਰ ਉਪਰੇ, ਵਸੰਦੜੋ ਕੁਹੱਤੜੈ ਥਾਏ। ਗੁਰਬਾਣੀ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਇਹਦਾ ਮੁਖ ਥੱਲੇ ਸੀ, ਪੈਰ ਉੱਪਰ ਸਨ, ਪੁੱਠਾ ਲਮਕਿਆ ਹੋਇਆ ਮਾਂ ਦੇ ਗਰਭ ਦੇ ਵਿੱਚ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਭਾਈ ਇਸ ਇਨਸਾਨ ਨੂੰ ਬਾਰ-ਬਾਰ ਸਮਝਾਇਆ ਗਿਆ, ਬਾਰ-ਬਾਰ ਇਸ ਮਨੁੱਖ ਨੂੰ ਇਹ ਗੱਲ ਆਖੀ ਗਈ, ਤੇਰਾ ਮੂਲ, ਤੇਰਾ ਆਧਾਰ ਉਹ ਪਰਮੇਸ਼ਰ ਵਾਹਿਗੁਰੂ ਹੈ, ਉਸ ਨੂੰ ਨਹੀਂ ਭੁੱਲਣਾ। ਪਰ ਜੀਵ ਇਸ ਸੰਸਾਰ ਵਿੱਚ ਆਇਆ ਤੇ ਸਭ ਤੋਂ ਪਹਿਲਾਂ ਕੰਮ ਕੀ ਹੋਇਆ? ਸਤਿਗੁਰੂ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੇ ਜਾਤ। ਇਹ ਇਸ ਤਰ੍ਹਾਂ ਅੱਗੇ ਅੱਗੇ ਵੱਧਦਾ ਤਾਂ ਜ਼ਰੂਰ ਰਿਹਾ, ਪਰ ਇਹਨੇ ਮੁੜ ਕੇ ਜੋ ਇਹਦਾ ਆਧਾਰ ਸੀ, ਮੂਲ ਸੀ, ਜਿਸ ਕਰਕੇ ਇਸ ਸੰਸਾਰ ਵਿੱਚ ਆਇਆ, ਉਸ ਆਪਣੇ ਮੂਲ ਨੂੰ ਪਛਾਣਿਆ ਹੀ ਨਹੀਂ। ਜਿਹਨੂੰ ਬਾਣੀ ਵਿੱਚ ਸਤਿਗੁਰੂ ਜੀ ਕਬੀਰ ਸਾਹਿਬ ਦੇ ਰਾਹੀਂ ਵੀ ਸਾਨੂੰ ਸਮਝਾਉਂਦੇ ਰਹੇ, ਕਹੋ ਕਬੀਰ ਹਮ ਰਾਮ ਕੀ ਅੰਸ਼। ਜਿਹਨੂੰ ਗੁਰਦੇਵ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਵੀ ਸਮਝਾਉਣ ਦਾ ਯਤਨ ਕੀਤਾ, ਹੇ ਇਨਸਾਨੀ ਮਨ, ਇਸ ਗੱਲ ਨੂੰ ਸਮਝ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਹੇ ਮਨਾ, ਤੂੰ ਜੋਤ ਸਰੂਪ ਹੈ, ਪਰਮੇਸ਼ਰ ਵਾਹਿਗੁਰੂ ਤੇਰੀ ਜੋਤ ਹੈ। ਅਸਲ ਮੂਲ ਨੂੰ ਪਹਿਚਾਣ ਲੈ, ਆਪਣੇ ਮੂਲ ਤੋਂ, ਆਪਣੇ ਆਧਾਰ ਤੋਂ ਨਾ ਟੁੱਟ। ਜਿਹੜੀ ਚੀਜ਼ ਆਪਣੇ ਮੂਲ ਤੋਂ, ਆਪਣੇ ਆਧਾਰ ਤੋਂ ਟੁੱਟ ਜਾਂਦੀ ਹੈ, ਯਾਦ ਰੱਖਣਾ ਉਹ ਖੇਰੂ ਖੇਰੂ ਹੋ ਜਾਂਦੀ ਹੈ। ਜਿਹੜਾ ਬੂਟਾ ਇੱਕ ਵਾਰ ਟਾਹਣੀ ਨਾਲੋਂ ਟੁੱਟ ਗਿਆ, ਜਿਹੜੀ ਟਾਹਣੀ ਇੱਕ ਵਾਰ ਦਰਖਤ ਨਾਲੋਂ ਟੁੱਟ ਗਈ, ਜਿਹੜਾ ਫਲ ਇੱਕ ਵਾਰ ਟਾਹਣੀ ਨਾਲੋਂ ਟੁੱਟ ਗਿਆ, ਉਹ ਮੁੜ ਕੇ ਨਹੀਂ ਲੱਗਦਾ, ਉਹ ਸੁੱਕ ਜ਼ਰੂਰ ਜਾਂਦਾ ਹੈ। ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨ ਬਾਰੈ ਬਾਰ,
ਜਿਉ ਬਨ ਫਲ ਪਾਕੇ ਭੋਏ ਗਿਰੈ, ਬਹੁਰ ਨ ਲਾਗੈ ਡਾਰ। ਕਬੀਰ ਸਾਹਿਬ ਨੇ ਬਿਲਕੁਲ ਸਾਫ਼ ਤੇ ਸਪਸ਼ਟ ਸੰਦੇਸ਼ ਦਿੱਤਾ ਔਰ ਉਦਾਹਰਨ ਦੇ ਕੇ ਦਿੱਤਾ। ਕਹਿਣ ਲੱਗੇ ਇਹ ਮਨੁੱਖਾ ਜਨਮ ਬਹੁਤ ਔਖਾ ਮਿਲਿਆ ਹੈ, ਬਹੁਤ ਔਖਾ ਮਿਲਿਆ। ਪਤਾ ਨਹੀਂ ਕਿੰਨੀਆਂ ਜੂਨਾਂ ਭਟਕਣ ਤੋਂ ਬਾਅਦ ਜਿਹੜਾ ਹੈ ਇਹ ਸਾਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਕੱਲ੍ਹ ਹੀ ਮੈਂ ਵੇਖ ਰਿਹਾ ਸੀ ਸੋਸ਼ਲ ਮੀਡੀਆ ਤੇ, ਇੱਕ ਵੀਰ ਦਿਖਾ ਰਿਹਾ ਸੀ ਵੀ ਆਮ ਜੀ ਲੱਕੜ ਪ੍ਰਤੀਤ ਹੁੰਦੀ ਹੈ, ਜਦੋਂ ਉਸਨੇ ਹੱਥ ਵਿੱਚ ਫੜਿਆ ਤੇ ਇਉਂ ਪ੍ਰਤੀਤ ਹੋ ਰਿਹਾ ਜਿਵੇਂ ਸੁੱਕੀ ਲੱਕੜ ਹੈ, ਪਰ ਜਦੋਂ ਉਸਨੇ ਪੱਤੇ ਉੱਤੇ ਰੱਖਿਆ ਉਹ ਲੱਕੜ ਦੇ ਭਾਂਤ ਕੀੜਾ ਸੀਗਾ ਔਰ ਬਿਲਕੁਲ ਤੁਸੀਂ ਪਹਿਚਾਣ ਹੀ ਨਹੀਂ ਸਕਦੇ। ਫਿਰ ਉਹਨਾਂ ਦੱਸਿਆ ਵੀ ਵੇਖੋ ਇਹਦਾ ਮੂੰਹ ਕਿਵੇਂ ਹੈ, ਕਿਵੇਂ ਇਹ ਹਰੇ ਪੱਤਿਆਂ ਨੂੰ ਖਾਂਦਾ ਹੈ, ਵੇਖਣ ਨੂੰ ਲੱਕੜ ਪ੍ਰਤੀਤ ਹੁੰਦੀ ਹੈ ਉਹ ਇੱਕ ਕੀੜੇ ਦੀ ਜੂਨ ਹੈ। ਕਿੰਨੀਆਂ ਜੂਨਾਂ ਵਿੱਚੋਂ ਅਸੀਂ ਭਟਕ ਕੇ ਫਿਰ ਜਾ ਕੇ ਇਹ ਮਨੁੱਖਾ ਜੂਨ ਪ੍ਰਾਪਤ ਹੋਈ ਹੈ। ਤੇ ਪ੍ਰਾਪਤ ਵੀ ਕਿਸ ਕਰਕੇ ਹੋਈ? ਸਤਿਗੁਰੂ ਕਹਿੰਦੇ ਰੱਬ ਨੂੰ ਮਿਲਣ ਵਾਸਤੇ, ਆਪਣੇ ਮੂਲ ਵਿੱਚ ਅਭੇਦ ਹੋਣ ਵਾਸਤੇ, ਉਸ ਪਾਰ ਬ੍ਰਹਮ ਪਰਮੇਸ਼ਰ ਵਿੱਚ ਲੀਨ ਹੋਣ ਵਾਸਤੇ। ਤੇ ਸਤਿਗੁਰੂ ਜੀ ਨੇ ਥਾਂ ਥਾਂ ਤੇ ਇਸ ਨੂੰ ਸਮਝਾਇਆ ਵੀ ਇਹ ਤੇਰਾ ਅਵਸਰ, ਇਹ ਤੇਰੀ ਵਾਰ, ਇਹ ਤੈਨੂੰ ਸਮਾਂ ਮਿਲਿਆ, ਅਵਸਰ ਮਿਲਿਆ ਹੈ, ਵਾਰੀ ਮਿਲੀ ਹੈ। ਸਤਿਗੁਰਾਂ ਦੇ ਸਤਸੰਗ ਵਿੱਚ ਆਇਆ ਕਰ, ਸਤ ਸੰਗਤ ਵਿੱਚ ਆ ਕੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਕਰ। ਜਦੋਂ ਨਾਮ ਜਪੇਗਾ ਤੇ ਆਪਣੇ ਮੂਲ ਵਿੱਚ ਅਭੇਦ ਹੋ ਜਾਏਗਾ, ਉਸ ਪਾਰ ਬ੍ਰਹਮ ਪਰਮੇਸ਼ਰ ਵਿੱਚ ਲੀਨ ਹੋ ਜਾਏਗਾ। ਇਸ ਤੋਂ ਵਧੀਆ ਹੋਰ ਕੋਈ ਜੁਗਤ ਹੈ ਨਹੀਂ, ਕੋਈ ਹੋਰ ਢੰਗ ਨਹੀਂ ਹੈ। ਤੇ ਸਤ ਸੰਗਤ ਉਹਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਉੱਤੇ ਗੁਰੂ ਕਿਰਪਾ ਕਰ ਦੇਵੇ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਮੇਰੇ ਮਾਲਕ ਕਹਿੰਦੇ ਬਿਨਾਂ ਭਾਗਾਂ ਤੋਂ ਇਹ ਸਤ ਸੰਗ ਪ੍ਰਾਪਤ ਨਹੀਂ ਹੁੰਦਾ। ਤੇ ਜਿਹਦੇ ਬਹੁਤ ਵੱਡੇ ਭਾਗ ਹੋਣ ਉਹਨਾਂ ਨੂੰ ਇਹ ਮਹਾਨ ਸਤਿਗੁਰਾਂ ਦਾ ਮਹਾਨ ਸਤਸੰਗ ਪ੍ਰਾਪਤ ਹੁੰਦਾ। ਦੂਜੀ ਮੈਂ ਬੇਨਤੀ ਨਾਲ ਦੀ ਨਾਲ ਕਰਦੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਾਹਰ ਪੀਰ ਜਗਤ ਗੁਰ ਬਾਬਾ ਹੀ ਐਸੇ ਮਹਾਨ ਸਤਿਗੁਰੂ ਨੇ ਜਿਨ੍ਹਾਂ ਨੇ ਕਿ ਗੁਰਮਤਿ ਫਲਸਫੇ ਦੇ ਵਿੱਚ ਸੰਗਤ ਤੇ ਪੰਗਤ ਦੀ ਦੇਣ ਦਿੱਤੀ ਹੈ। ਯਾਦ ਰੱਖਿਓ ਇਸ ਸੰਸਾਰ ਵਿੱਚ ਬਹੁਤ ਸਾਰੇ ਧਰਮ ਨੇ ਤੇ ਬਹੁਤ ਸਾਰੇ ਧਰਮਾਂ ਦੇ ਆਪਣੇ ਧਾਰਮਿਕ ਸਥਾਨ ਵੀ ਬਹੁਤ ਸਾਰੇ ਨੇ, ਪਰ ਤੁਸੀਂ ਵੇਖੋ ਕਿ ਜ਼ਿਆਦਾਤਰ ਧਾਰਮਿਕ ਸਥਾਨਾਂ ਵਿੱਚ ਬੰਦਾ ਐਂਟਰੀ ਕਰਦਾ ਹੈ, ਨਮਸਕਾਰ ਕਰਦਾ ਹੈ ਤੇ ਨਿਕਲ ਜਾਂਦਾ ਹੈ। ਬੰਦਾ ਐਂਟਰੀ ਕਰਦਾ ਹੈ, ਦਰਸ਼ਨ ਕਰਦਾ ਹੈ ਤੇ ਪਿਛਲੇ ਦਰਵਾਜ਼ੇ ਤੋਂ ਬਾਹਰ ਨਿਕਲ ਜਾਂਦਾ ਹੈ। ਗੁਰੂ ਨਾਨਕ ਦੇ ਧਰਮ ਵਿੱਚ ਇਹ ਨਹੀਂ ਹੈ। ਗੁਰੂ ਨਾਨਕ ਨੇ ਜੋ ਫਲਸਫਾ ਸਾਨੂੰ ਸੰਗਤ ਤੇ ਪੰਗਤ ਦਾ ਦਿੱਤਾ ਹੈ ਨਾ, ਉਹ ਬੜੇ ਕਮਾਲ ਦਾ ਕਨਸੈਪਟ ਹੈ। ਕੇਵਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਿਰਮਲ ਪੰਥ ਦੇ ਵਿੱਚ ਇਹ ਸਤ ਸੰਗਤ ਦੀ ਦੇਣ ਹੈ। ਜਹਾਂ ਸਤਿਗੁਰੂ ਤਾਂ ਸਤ ਸੰਗਤ ਬਣਾਈ। ਜਿੱਥੇ ਮੇਰੇ ਸਤਿਗੁਰੂ ਮਹਾਰਾਜ ਜੀ ਗਏ, ਜਿਸ ਸਥਾਨ ਤੇ ਮੇਰੇ ਮਾਲਕ ਸਤਿਗੁਰਾਂ ਦੇ ਪਾਵਨ ਚਰਨ ਪਏ, ਤੁਸੀਂ ਵੇਖੋ ਮੇਰੇ ਸਤਿਗੁਰੂ ਜੀ ਨੇ ਉਸੇ ਥਾਂ ਧਰਮਸ਼ਾਲਾ ਕਾਇਮ ਹੋਈ, ਉਸੇ ਤਰ੍ਹਾਂ ਪੂਜਣ ਦਾ ਸਥਾਨ ਬਣਿਆ, ਭਾਵ ਉਸੇ ਤਰ੍ਹਾਂ ਸਤ ਸੰਗਤ ਕਾਇਮ ਹੋ ਗਈ। ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ। ਜਿੱਥੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਚਰਨ ਟਿਕਾਏ, ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਥਾਂ ਪੂਜਣ ਯੋਗ ਹੋ ਗਿਆ। ਕਿਉਂ ਪੂਜਣ ਯੋਗ ਹੋ ਗਿਆ? ਕਿਉਂਕਿ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿੱਥੈ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਗੁਰ ਸਿੱਖੋ ਜਿੱਥੇ ਜਿੱਥੇ ਮੇਰੇ ਸਤਿਗੁਰੂ ਗਏ, ਉਸ ਸਥਾਨ ਤੇ ਮੇਰੇ ਸਤਿਗੁਰੂ ਜੀ ਨੇ ਸਤਸੰਗ ਕਾਇਮ ਕੀਤੀ। ਭਾਵੇਂ ਕਿ ਅੱਜ ਕੱਲ ਗੁਰਦੁਆਰਾ ਸ਼ਬਦ ਜਿਹੜਾ ਹੈ ਉਹ ਪ੍ਰਚਲਿਤ ਹੈ, ਪਰ ਪਹਿਲਾਂ ਧਰਮਸ਼ਾਲਾ ਕਿਹਾ ਜਾਂਦਾ ਸੀ। ਧਰਮਸ਼ਾਲਾ ਦਾ ਅਰਥ ਸੀ ਜਿੱਥੇ ਧਰਮ ਕਮਾਇਆ ਜਾਂਦਾ ਹੈ, ਜਿੱਥੇ ਧਰਮ ਦੀ ਗੱਲ ਸਿਖਾਈ ਜਾਂਦੀ ਹੈ, ਜਿੱਥੇ ਧਰਮ ਦੀ ਇਬਾਦਤ ਹੁੰਦੀ ਹੈ। ਇਹ ਸਤਸੰਗ ਗੁਰੂ ਨਾਨਕ ਸਾਹਿਬ ਜੀ ਦਾ, ਜਿੱਥੇ ਧਰਮ ਦੀ ਗੱਲ ਕੀਤੀ ਜਾਂਦੀ ਹੈ। ਧਰਮ ਕੀ ਹੈ? ਧਰਮ ਦਾ ਅਰਥ ਹੈ ਫਰਜ਼, ਆਪਣੇ ਫਰਜ਼ ਨੂੰ ਪਹਿਚਾਨਣਾ। ਜਿੱਥੇ ਸਤ ਸੰਗਤ ਵਿੱਚ ਮਨੁੱਖ ਨੂੰ ਇਹ ਅਹਿਸਾਸ ਕਰਾਇਆ ਜਾਂਦਾ, ਮਨੁੱਖਾ
ਤੇਰਾ ਅਸਲ ਧਰਮ ਕੀ ਹੈ, ਤੇਰਾ ਅਸਲ ਫਰਜ਼ ਕੀ ਹੈ। ਉਹ ਇੱਕੋ ਹੀ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਵਿੱਚ ਮਿਲ ਕੇ ਕੇਵਲ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਭਜਣਾ ਹੈ। ਸਤ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਹੈ। ਆਪਣੇ ਮੂਲ ਨੂੰ ਪਹਿਚਾਨਣਾ ਹੈ, ਆਪਣੇ ਇਸ਼ਟ ਨੂੰ ਪਹਿਚਾਨਣਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਤ ਸੰਗ ਕਾਇਮ ਕੀਤੀ। ਗੁਰੂ ਸਵਾਰਿਓ, ਜੇ ਸਤਿਗੁਰੂ ਜੀ ਤਲਵੰਡੀ ਦੀ ਧਰਤੀ ਤੇ ਬਾਲ ਅਵਸਥਾ ਵਿੱਚ ਵਿਚਰਦੇ ਨੇ ਤਾਂ ਵੀ ਆਪਣੇ ਬਾਲ ਸਾਥੀਆਂ ਨਾਲ ਧਰਮ ਦੀਆਂ ਗੱਲਾਂ ਹੁੰਦੀਆਂ, ਰੱਬ ਦੀਆਂ ਗੱਲਾਂ ਹੁੰਦੀਆਂ। ਇੱਥੋਂ ਤੱਕ ਕਿ ਤਲਵੰਡੀ ਦਾ ਰਾਜਾ ਰਾਏ ਬੁਲਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਬੈਠਣਾ ਚਾਹੁੰਦਾ ਹੈ, ਬਾਰ-ਬਾਰ ਗੁਰਦੇਵ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਉਹਦੇ ਪਿੱਛੇ ਮੂਲ ਕਾਰਨ ਕੀ ਹੈ? ਮੂਲ ਕਾਰਨ ਇੱਕੋ ਹੀ ਹੈ ਕਿ ਗੁਰੂ ਨਾਨਕ ਕੋਲ ਖੁਦਾ ਦੀ ਗੱਲ ਹੈ, ਗੁਰੂ ਨਾਨਕ ਕੋਲ ਪਰਮੇਸ਼ਰ ਦਾ ਸੁਨੇਹਾ ਹੈ, ਗੁਰੂ ਨਾਨਕ ਕੋਲ ਖੁਦਾ ਦੀ ਇਬਾਦਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉਹ ਸਤਿਗੁਰੂ ਨੇ ਜਿਹੜੇ ਕਿ ਹਰ ਧਰਮ ਦੇ ਲੋਕਾਂ ਨੂੰ ਪਰਮੇਸ਼ਰ ਵਾਹਿਗੁਰੂ ਨਾਲ ਜੋੜਨ ਆਏ ਸੀ। ਜੇ ਉਹ ਮੁਸਲਮਾਨ ਵੀਰਾਂ ਕੋਲ ਬੈਠਦੇ ਨੇ ਤੇ ਉਹਨਾਂ ਨੂੰ ਵੀ ਸਮਝਾਉਂਦੇ ਨੇ ਪੰਜ ਨਿਵਾਜ਼ਾਂ, ਵਕਤ ਪੰਜ, ਪੰਜਾਂ ਪੰਜੇ ਨਾਉ ਦੀ ਗੱਲ ਕਰਦੇ ਨੇ। ਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹਿੰਦੂ ਵੀਰਾਂ ਕੋਲ ਬੈਠਦੇ ਨੇ ਤੇ ਉਹਨਾਂ ਨੂੰ ਵੀ ਸਮਝਾਉਂਦੇ ਨੇ ਤੁਹਾਡੇ ਕੋਲ ਦਇਆ ਕਪਾ, ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਭਾਂਡੇ ਘਤ। ਸੰਸਾਰ ਦਾ ਇੱਕੋ ਇੱਕ ਰਹਿਬਰ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਕਿ ਜਿਨ੍ਹਾਂ ਦਾ ਸਤ ਸੰਗ ਉਹਨਾਂ ਦੇ ਅਧਿਆਪਕ ਵੀ ਕਰਨਾ ਲੋਚਦੇ ਨੇ। ਯਾਦ ਰੱਖੋ, ਮੌਲਵੀ ਕੁਤਬੁੱਦੀਨ, ਪੰਡਿਤ ਬਿਰਜ ਲਾਲ ਵਰਗੇ ਵਿਦਵਾਨ ਉਸ ਵੇਲੇ ਦੇ ਉਹ ਵੀ ਕਹਿੰਦੇ ਨੇ ਇਸ ਬੱਚੇ ਦੀ ਜਿਹੜਾ ਹੈ ਉਹ ਸਾਨੂੰ ਵੱਧ ਤੋਂ ਵੱਧ ਸੰਗਤ ਮਿਲ ਜਾਏ। ਬੜੇ ਕਮਾਲ ਦਾ ਹੈ, ਹਰ ਗੱਲ ਦੇ ਅਰਥ ਪੁੱਛਦਾ ਹੈ, ਹਰ ਅੱਖਰ ਦੇ ਅਰਥ ਪੁੱਛਦਾ ਹੈ, ਹਰ ਅੱਖਰ ਨੂੰ ਰੱਬ ਨਾਲ ਜੋੜ ਕੇ ਵੇਖਦਾ ਹੈ। ਗੁਰੂ ਸਵਾਰਿਓ, ਐਵੇਂ ਤਾਂ ਨਹੀਂ ਪਾਂਡਾ ਗੋਪਾਲ ਦਾਸ ਜੀ, ਮੌਲਵੀ ਕੁਤਬੁੱਦੀਨ ਨੇ ਹੱਥ ਜੋੜੇ, ਨਾਨਕ ਜੀ ਸਾਨੂੰ ਜਿੰਨੀ ਵਿਦਿਆ ਆਉਂਦੀ ਸੀ ਆਪ ਨੂੰ ਪੜ੍ਹਾਈ, ਪਰ ਅਧਿਆਤਮਿਕ ਵਿਦਿਆ ਦੇ ਵਿੱਚ ਸਾਡੇ ਨਾਲੋਂ ਤੁਹਾਡਾ ਤਜਰਬਾ ਵੱਧ ਹੈ। ਸਾਨੂੰ ਸਾਡਾ ਚਿੱਤ ਕਰਦਾ ਹੈ ਤੁਸੀਂ ਸਾਡੇ ਨਾਲ ਪਰਮੇਸ਼ਰ ਦੀਆਂ ਬਾਤਾਂ ਕਰਦੇ ਰਹੋ। ਗੁਰੂ ਸਵਾਰਿਓ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਜੇਕਰ ਉਸ ਵੇਲੇ ਕੋਈ ਵੈਦ ਵੀ ਆਉਂਦਾ ਹੈ ਤਾਂ ਸਤਿਗੁਰੂ ਵੈਦ ਨੂੰ ਵੀ ਉਪਦੇਸ਼ ਦਿੰਦੇ ਨੇ। ਜੇ ਮੇਰੇ ਮਾਲਕ ਸੁਲਤਾਨਪੁਰ ਲੋਧੀ ਵਿੱਚ ਮੋਦੀ ਖਾਨੇ ਵਿੱਚ ਬੈਠੇ ਹੋਏ ਨੇ, ਹੱਟੀ ਤੇ ਬੈਠੇ ਨੇ, ਦੁਕਾਨ ਤੇ ਬੈਠੇ ਨੇ, ਤਾਂ ਤੁਸੀਂ ਵੇਖੋ ਸੰਸਾਰ ਨੂੰ ਸੁਨੇਹਾ ਦੇ ਕੇ ਗੁਰਦੇਵ ਗਏ, ਉਹ ਸੰਸਾਰ ਦੇ ਲੋਕੋ ਆਪਣੀ ਕਿਰਤ ਕਰੋ, ਆਪਣੀਆਂ ਹੱਟੀਆਂ ਤੇ ਬੈਠੋ, ਪਰ ਆਪਣੇ ਮੂਲ ਨੂੰ ਛੱਡਣਾ ਨਹੀਂ, ਆਪਣੇ ਆਧਾਰ ਨੂੰ ਨਹੀਂ ਛੱਡਣਾ। ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪੋਗੇ ਤੇ ਤੁਹਾਨੂੰ ਆਨੰਦ ਆਏਗਾ। ਜੇ ਕਿਰਤ ਕਰੋਗੇ ਤੁਹਾਨੂੰ ਅੰਦਰੋਂ ਸਕੂਨ ਮਿਲੇਗਾ, ਨਾਮ ਜਪੋਗੇ ਤੁਹਾਨੂੰ ਆਨੰਦ ਆਏਗਾ, ਵੰਡ ਛਕੋਗੇ ਤੁਹਾਨੂੰ ਅੰਦਰੋਂ ਜੀਵਨ ਵਿੱਚ ਆਨੰਦ ਆਏਗਾ। ਮੇਰੇ ਮਾਲਕ ਕਹਿੰਦੇ ਨੇ ਇਹਨਾਂ ਸਿਧਾਂਤਾਂ ਨੂੰ ਆਪਣੇ ਜੀਵਨ 'ਚ ਵਸਾਣਾ। ਹੱਟੀ ਤੇ ਬਹਿ ਕੇ ਹੀ ਸਤਿਗੁਰੂ ਮਹਾਰਾਜ ਨੇ ਐਡਾ ਕਮਾਲ ਕੀਤਾ। ਗੁਰੂ ਨਾਨਕ ਦਾ ਇਹ ਸੁਨੇਹਾ ਸੰਗਲਾਦੀਪ ਤੱਕ ਪੁੱਜ ਗਿਆ। ਚੇਤੇ ਰੱਖੋ, ਕਦੇ ਮੈਲਸੀਆਂ ਦਾ ਰਹਿਣ ਵਾਲਾ ਭਾਈ ਭਗੀਰਥ ਆਉਂਦਾ ਹੈ, ਸਤਿਗੁਰੂ ਮਹਾਰਾਜ ਉਹਨੂੰ ਬੰਦਗੀ ਨਾਲ ਜੋੜਦੇ ਨੇ, ਉਹਨੂੰ ਇੱਕ ਦੇ ਨਾਲ ਜੋੜਦੇ ਨੇ, ਉਹਨੂੰ ਸੱਤ ਨਾਲ ਜੋੜਦੇ ਨੇ। ਉਹਦੇ ਅੰਦਰ ਇਹ ਅਹਿਸਾਸ ਪੈਦਾ ਕਰਦੇ ਨੇ ਜਿਹੜੀ ਮਾਇਆ ਚਿਮੜੀ ਹੋਈ ਹੈ ਨਾ, ਇਸ ਮਾਇਆ ਨੂੰ ਪਰੇ ਰੱਖ ਦਿਓ, ਬਸ ਇਹ ਮਾਇਆ ਦੂਰ ਹੋ ਜਾਏਗੀ। ਜਿਸ ਦਿਨ ਆਖੋਗੇ ਸਭ ਕੁਝ ਤੇਰਾ ਹੈ, 13 ਕਰਕੇ ਵੰਡ ਦਿਓਗੇ। ਜਿਸ ਦਿਨ ਆਪਣੇ ਅੰਦਰ ਇਹ ਗੱਲ ਮਨੁੱਖ ਵਸਾ ਲੈਂਦਾ ਹੈ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੈ ਮੇਰਾ। ਯਾਦ ਰੱਖੋ, ਮਾਇਆ ਉਨਾ ਚਿਰ ਤੱਕ ਹੀ ਚਿੰਬੜਦੀ ਹੈ ਜਦੋਂ ਤੱਕ ਮੇਰੀ ਹੈ, ਇਹ ਮੇਰਾ ਹੈ। ਤੇ ਸਤਿਗੁਰੂ ਕਹਿੰਦੇ ਇਹ ਬਲਾਏ ਦੂਰ ਉਦੋਂ ਹੋ ਜਾਂਦੀ ਹੈ ਜਦੋਂ ਮਨੁ ਕਹਿੰਦਾ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਸਭ ਕੁਝ ਤੇਰਾ ਹੈ,
ਤੇ ਭਾਈ ਭਗੀਰਥ ਦੇ ਰਾਹੀਂ ਭਾਈ ਮਨਸੁਖ ਸਿੱਖ ਬਣਦਾ ਹੈ। ਭਾਈ ਮਨਸੁਖ ਦੇ ਰਾਹੀਂ ਸੰਗਲਾ ਦੀਪ ਦਾ ਰਾਜਾ ਸਿੱਖ ਬਣ ਜਾਂਦਾ ਹੈ। ਗੁਰੂ ਸਵਾਰਿਓ, ਯਾਦ ਰੱਖੋ, ਮੇਰੇ ਮਾਲਕ ਨੇ ਸਤ ਸੰਗ ਇਹੋ ਜਿਹੀ ਬਖਸ਼ਿਸ਼ ਕੀਤੀ। ਇਹ ਸਤ ਸੰਗ ਕੋਈ ਕਹਿਣ ਮਾਤਰ ਅੱਖਰ ਨਹੀਂ ਹੈ, ਇਹ ਆਪਣੇ ਆਪ ਵਿੱਚ ਸੰਸਥਾ ਹੈ। ਏਡੀ ਵੱਡੀ ਸੰਸਥਾ ਮੇਰੇ ਮਾਲਕ ਨੇ ਸਾਨੂੰ ਬਖਸ਼ਿਸ਼ ਕੀਤੀ, ਸਾਨੂੰ ਸੰਸਥਾਗਤ ਬਣਾ ਦਿੱਤਾ। ਪੰਜ ਪ੍ਰਧਾਨੀ ਤੱਕ ਸਤਿਗੁਰੂ ਸਾਨੂੰ ਲੈ ਕੇ ਗਏ, ਜਿਹਨੂੰ ਅੱਗੇ ਚੱਲ ਕੇ ਗੁਰੂ ਪੰਥ ਦਾ ਦਰਜਾ ਦਿੱਤਾ ਗਿਆ। ਗੁਰੂ ਸਵਾਰਿਓ, ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੇ ਸੁਲਤਾਨਪੁਰ ਤੋਂ ਆਰੰਭਤਾ ਕਰਦੇ ਨੇ ਤਾਂ ਆਰੰਭਤਾ ਵਿੱਚ ਹੀ ਨਾ ਕੋਈ ਹਿੰਦੂ ਨਾ ਮੁਸਲਮਾਨ ਦਾ ਨਾਰਾ ਦਿੰਦੇ ਨੇ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹੋ ਜਿਹੀ ਸਤ ਸੰਗ ਦੀ ਸੰਸਥਾ ਖੜੀ ਕਰ ਦਿੱਤੀ ਜਿਹਦੇ ਵਿੱਚ ਕੋਈ ਵਿਤਕਰਾ ਨਹੀਂ ਹੋਏਗਾ। ਇੱਥੇ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਬੋਧੀ ਹੈ, ਕੋਈ ਯਹੂਦੀ ਹੈ, ਕੋਈ ਪਾਰਸੀ ਹੈ, ਕੋਈ ਹਿੰਦੂ ਹੈ, ਕੋਈ ਆਖੇ ਨਹੀਂ। ਮੇਰੇ ਮਾਲਕ ਨੇ ਕਿਹਾ ਇਹੋ ਜਿਹੀ ਸਤ ਸੰਗ ਬਣਾਵਾਂਗੇ, ਇਹੋ ਜਿਹਾ ਸਤ ਸੰਗ ਦਿੱਤਾ ਜਿਹਦੇ ਵਿੱਚ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਉਪਦੇਸ਼ ਚੌ ਵਰਨਾ ਕੋ ਸਾਂਝਾ। ਮੇਰੇ ਮਾਲਕ ਨੇ ਚੌ ਵਰਨਾ ਨੂੰ ਸਾਂਝਾ ਉਪਦੇਸ਼ ਦਿੱਤਾ। ਦੱਸੋ, ਅੱਜ ਸਤ ਸੰਗ ਵਿੱਚ ਆਪ ਜੀ ਬੈਠੇ ਹੋ, ਕੋਈ ਕਿਸੇ ਧਰਮ ਨਾਲ ਸੰਬੰਧਿਤ ਹੈ, ਕੋਈ ਕਿਸੇ ਫਿਰਕੇ ਨਾਲ ਸੰਬੰਧਿਤ ਹੈ, ਇੱਥੇ ਸਾਰਿਆਂ ਨੂੰ ਜਿਉਂ ਆਇਆ ਆਖਿਆ ਜਾਂਦਾ ਹੈ, ਸਾਰਿਆਂ ਨੂੰ ਇੱਕ ਸਮਾਨ ਬਿਠਾਇਆ ਜਾਂਦਾ ਹੈ, ਕੋਈ ਵਿਤਕਰਾ ਨਹੀਂ ਹੈ ਊਚ ਨੀਚ ਦਾ। ਹੋਰ ਥਾਵਾਂ ਤੇ ਹੋ ਸਕਦਾ ਹੈ, ਕਈ ਥਾਵਾਂ ਤੇ, ਕਿ ਕਿਸੇ ਥਾਵਾਂ ਤੇ ਕਿਸੇ ਜਿਹੜਾ ਧਾਰਮਿਕ ਸਥਾਨ ਤੇ ਵਿਤਕਰਾ ਕੀਤਾ ਜਾਂਦਾ ਹੋਵੇ, VIP ਨੂੰ ਐਂਟਰੀ ਹੈ, ਜਾਂ VIP ਵੀ ਕਿਸੇ ਗੈਰ ਧਰਮ ਦਾ ਹੋਵੇ ਤੇ ਉਹਨੂੰ ਐਂਟਰੀ ਨਹੀਂ। ਪਰ ਗੁਰੂ ਨਾਨਕ ਦੇ ਧਰਮ ਦੇ ਵਿੱਚ ਕੋਈ ਵੀ ਹੋਵੇ, ਕੋਈ ਰਾਜਾ ਹੋਵੇ, ਕੋਈ ਰੰਕ ਹੋਵੇ, ਕੋਈ ਅਮੀਰ ਹੋਵੇ, ਕੋਈ ਗਰੀਬ ਹੋਵੇ, ਸਾਰਿਆਂ ਨੂੰ ਸਤ ਸੰਗਤ ਵਿੱਚ ਗੁਰਮੁਖ ਬੈਸੋ ਸਫਾ ਵਿਛਾਏ ਦੀ ਪ੍ਰਧਾਨਤਾ ਮੇਰੇ ਮਾਲਕ ਨੇ ਬਖਸ਼ਿਸ਼ ਕੀਤੀ ਹੈ। ਮੇਰੇ ਸਤਿਗੁਰੂ ਜੀ ਨੇ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਉਸ ਇੱਕ ਦੇ ਨਾਲ ਜੋੜਿਆ, ਉਸ ਇੱਕ ਪਰਮੇਸ਼ਰ ਦੇ ਨਾਮ ਨਾਲ ਜੋੜਿਆ, ਉਸ ਜਿਸ ਤੋਂ ਮਨੁੱਖ ਟੁੱਟਿਆ ਹੋਇਆ ਸੀ, ਭਟਕਿਆ ਹੋਇਆ ਸੀ, ਜਿਸ ਪਰਮੇਸ਼ਰ ਤੋਂ ਭੁੱਲਿਆ ਹੋਇਆ ਸੀ, ਉਸ ਮਾਲਕ ਦੀ ਇਬਾਦਤ ਨਾਲ ਜੋੜਿਆ ਤੇ ਸਾਨੂੰ ਸਤ ਸੰਗਤ ਵਿੱਚ ਸਚਿਆਰ ਹੋਣ ਦੀ ਪ੍ਰੇਰਨਾ ਦਿੱਤੀ। ਸਚਿਆਰ ਮਨੁੱਖ ਉਦੋਂ ਹੀ ਹੋਏਗਾ ਨਾ ਜਦੋਂ ਨਿਰਮਲ ਪੰਥ ਦਾ ਪਾਂਧੀ ਬਣ ਜਾਏਗਾ। ਸਚਿਆਰ ਉਦੋਂ ਹੋਵੇਗਾ ਜਦੋਂ ਨਿਰਮਲ ਪੰਥ ਦੇ ਜਿਹੜੇ ਗੁਣ ਨੇ, ਸਤ, ਸੰਤੋਖ, ਦਇਆ, ਧਰਮ, ਧੀਰਜ, ਸਹਿਨਸ਼ੀਲਤਾ, ਗਰੀਬੀ, ਨਿਮਰ ਭਾਵ, ਇਹਨਾਂ ਨੂੰ ਆਪਣੇ ਜੀਵਨ ਵਿੱਚ ਵਸਾਏਗਾ। ਤੇ ਇਹ ਜੀਵਨ ਜਾਚ, ਇਹਨਾਂ ਗੁਣਾਂ ਦੀ ਜੀਵਨ ਜਾਚ ਪ੍ਰਾਪਤ ਕਿੱਥੋਂ ਹੋਵੇਗੀ? ਧੁਰ ਕੀ ਬਾਣੀ ਤੋਂ ਪ੍ਰਾਪਤ ਹੋਵੇਗੀ। ਇਹਨਾਂ ਦੀ ਜੀਵਨ ਜਾਚ ਸਾਨੂੰ ਗੁਰਬਾਣੀ ਚੋਂ ਪ੍ਰਾਪਤ ਹੋਵੇਗੀ। ਇਹਨਾਂ ਦੀ ਜੀਵਨ ਜਾਚ ਜਿਹੜੇ ਸਤਿਗੁਰੂ ਮਹਾਰਾਜ ਸਾਨੂੰ ਆ ਕੇ ਗਏ ਨਾ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ ਤੋਂ ਪ੍ਰਾਪਤ ਹੋਵੇਗੀ। ਗੁਰੂ ਸਵਾਰਿਓ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ। ਸ਼ਬਦ ਗੁਰੂ ਦੇ ਲੜ ਲਾ ਕੇ ਅਸੀਂ ਇਹ ਗੁਣ ਸਿੱਖਣੇ ਨੇ, ਇਹ ਗੁਣਾਂ ਦੀ ਕਦਰ ਪਾਉਣੀ ਸਿੱਖਣੀ ਹੈ। ਇਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾ ਕੇ ਸੱਚੋ ਔਰ ਸਭ ਕੋ ਉੱਪਰ ਸੱਚ ਆਚਾਰ ਦੇ ਧਾਰਨੀ ਬਣਨਾ ਹੈ। ਤੇ ਇਹ ਘਾੜਤ ਸਤ ਸੰਗਤ ਵਿੱਚ ਘੜੀ ਜਾ ਸਕਦੀ ਹੈ, ਇਹ ਘਾੜਤ ਗੁਰੂ ਕੋਲ ਬਹਿ ਕੇ ਘੜੀ ਜਾ ਸਕਦੀ ਹੈ। ਸਚਿਆਰ ਬਣਿਆ ਜਾ ਸਕਦਾ ਹੈ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਤਸੰਗ ਵਿੱਚ ਬਹਿ ਕੇ। ਸਚਿਆਰ ਬਣਿਆ ਜਾ ਸਕਦਾ ਹੈ ਗੁਰੂ ਨਾਨਕ ਦਾ ਫਲਸਫਾ ਸੁਣ ਕੇ। ਸਚਿਆਰ ਕਦੋਂ ਬਣਾਂਗੇ? ਜਦੋਂ ਸਤਿਗੁਰੂ ਜੀ ਦੀ ਬਾਣੀ ਰਾਹੀਂ ਜਿਹੜੇ ਸਤਿਗੁਰੂ ਸਾਨੂੰ ਉਪਦੇਸ਼ ਦੇ ਕੇ ਗਏ ਨੇ ਉਹਨਾਂ ਨੂੰ ਜੀਵਨ ਵਿੱਚ ਕਮਾਵਾਂਗੇ। ਤੇ ਸਤਿਗੁਰੂ ਦਾ ਪਹਿਲਾ ਉਪਦੇਸ਼ ਕੀ ਹੈ? ਮੇਰੇ ਮਾਲਕ ਦਾ ਪਹਿਲਾ ਉਪਦੇਸ਼ ਹੈ ਇੱਕ ਓੰਕਾਰ। ਉਸ ਇੱਕ ਨਾਲ ਜੁੜੋ ਜਿਹੜਾ ਏਕੋ ਹੈ। ਭਾਈ ਸਾਹਿਬ ਮੇਰਾ ਏਕੋ ਹੈ। ਮੇਰੇ ਮਾਲਕ ਕਹਿੰਦੇ ਜੋ ਸਾਰਿਆਂ ਵਿੱਚ ਵਸਿਆ ਹੋਇਆ ਹੈ। ਜਦੋਂ ਸਾਰਿਆਂ ਵਿੱਚ ਉਸ ਨੂੰ ਵਸਦਾ ਵੇਖੋਗੇ ਫਿਰ ਗੁਰੂ ਨਾਨਕ ਦੀ ਸਿੱਖਿਆ
ਇਹ ਸਮਝ ਲਓ ਕਿ ਅਸੀਂ ਉਹਨੂੰ ਫੋਲੋ ਕਰ ਰਹੇ ਹਾਂ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਫਿਰ ਸਾਨੂੰ ਸਮਝ ਆਏਗੀ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਆ ਕੇ ਗਏ ਨੇ, ਸਾਰਿਆਂ ਵਿੱਚ ਉਸ ਮਾਲਕ ਦੀ ਜੋਤ ਹੈ। ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਮਾੜਾ ਨਹੀਂ, ਕੋਈ ਬੁਰਾ ਨਹੀਂ, ਪਰ ਇਹ ਸਤ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਦਾਤ। ਇਹ ਦਾਤ ਗੁਰਦੇਵ ਦੇ ਚਰਨਾਂ 'ਚੋਂ ਮਿਲਦੀ ਹੈ। ਇਹ ਦਾਤ ਉਦੋਂ ਮਿਲੇਗੀ ਜਦੋਂ ਸਾਨੂੰ ਸਤ ਸੰਗਤ ਪ੍ਰਾਪਤ ਹੋ ਗਈ। ਤੇ ਮੇਰੇ ਮਾਲਕ ਗੁਰੂ ਅਰਜਨ ਸਾਹਿਬ ਵੀ ਕਹਿੰਦੇ ਨੇ, ਬਿਸਰ ਗਈ ਸਭ ਤਾਤ ਪਰਾਈ। ਹੁਣ ਤਾਤ ਪਰਾਈ ਦੇ ਅਰਥ ਤੁਸੀਂ ਇੱਥੇ ਵੀ ਲੈ ਸਕਦੇ ਹੋ, ਭੇਟਤ ਸਾਧ ਸੰਗ ਗਈ ਬਲਾਏ। ਇਹ ਤਾਤ ਪਰਾਈਆਂ ਬਲਾਵਾਂ ਜਿਹੜੀਆਂ ਸਾਨੂੰ ਚਿਮੜੀਆਂ ਹੋਈਆਂ ਨੇ ਨਾ, ਸਤਿਗੁਰੂ ਕਹਿੰਦੇ ਸਭ ਦੂਰ ਹੋ ਜਾਣਗੀਆਂ। ਪਰ ਕਦੋਂ ਹੋਣਗੀਆਂ? ਜਦੋਂ ਸਾਧ ਸੰਗ ਪ੍ਰਾਪਤ ਹੋ ਗਈ, ਗੁਰੂ ਦਾ ਸੰਗ ਪ੍ਰਾਪਤ ਹੋ ਗਿਆ। ਮੇਰੇ ਮਾਲਕ ਕਹਿੰਦੇ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਕੋਈ ਵੈਰੀ ਨਹੀਂ, ਕੋਈ ਬੇਗਾਨਾ ਨਹੀਂ, ਹੁਣ ਸਾਰਿਆਂ ਨਾਲ ਸਾਡੀ ਬਣ ਆਈ ਹੈ। ਇੱਥੇ ਮਨੁੱਖ ਕਹਿੰਦਾ ਮੇਰਾ ਫਲਾਣਾ ਵੈਰੀ ਹੈ, ਫਲਾਣਾ ਦੁਸ਼ਮਣ ਹੈ। ਸਤ ਸੰਗਤ ਸਤਿਗੁਰੂ ਪਾਤਸ਼ਾਹ ਜੀ ਦੀ ਸਾਨੂੰ ਇਹ ਬਖਸ਼ਿਸ਼ ਕਰਦੀ ਹੈ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਸਾਡਾ ਕੋਈ ਵੈਰੀ ਨਹੀਂ, ਸਾਡਾ ਕੋਈ ਦੁਸ਼ਮਣ ਨਹੀਂ ਹੈ, ਸਾਡੇ ਤਾਂ ਸਾਰੇ ਮਿੱਤਰ ਹਨ। ਅਸੀਂ ਸਾਰਿਆਂ ਨੂੰ ਗੱਲ ਨਾਲ ਲਾਉਂਦੇ ਹਾਂ। ਮੇਰੇ ਸਤਿਗੁਰੂ ਵੀ ਸਾਰਿਆਂ ਨੂੰ ਗੱਲ ਨਾਲ ਲਾਉਂਦੇ ਨੇ, ਕੋਈ ਵਿਤਕਰਾ ਨਹੀਂ ਕਰਦੇ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਇੱਥੇ ਜੋ ਵੀ ਸ਼ਰਨ ਵਿੱਚ ਆ ਜਾਏ, ਤੁਸੀਂ ਵੇਖੋ ਨਾ, ਮੇਰੇ ਮਾਲਕ ਨੇ ਕੋਈ ਵਿਤਕਰਾ ਨਹੀਂ ਕੀਤਾ। ਕੋਈ ਕਿਸ ਜਾਤ ਦਾ, ਕਿਸ ਮਜ਼ਹਬ ਦਾ, ਕਿਸ ਥਾਂ ਦਾ, ਗੁਰਦੇਵ ਕੋਈ ਵਿਤਕਰਾ ਨਹੀਂ ਕਰਦੇ। ਜੇ ਸਤਿਗੁਰੂ ਜੀ ਸੁਲਤਾਨਪੁਰ ਵਿੱਚ ਵਿਚਰਦੇ ਤਾਂ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਇੱਕ ਦਿਨ ਆਏ ਤੇ ਸਤਿਗੁਰੂ ਨੂੰ ਪੁੱਛਦੇ ਨੇ, ਬੇਟਾ ਬਹੁਤ ਸਮਾਂ ਹੋ ਗਿਆ ਮੋਦੀ ਦੀ ਕਿਰਤਕਾਰ ਕਰਦੇ ਆ, ਕੁਝ ਕਮਾਇਆ, ਕੋਈ ਦੌਲਤ ਕਮਾਈ ਹੈ, ਲਿਆ ਕੁਝ ਪੈਸੇ ਮੇਰੇ ਹੱਥ ਤੇ ਰੱਖ ਦੇ ਤਾਂ ਕਿ ਜਾ ਕੇ ਕੋਈ ਜ਼ਮੀਨ, ਕੋਈ ਭਾਂਡਾ, ਕੋਈ ਮੱਝਾਂ ਕੁਝ ਖਰੀਦ ਲਈਏ, ਕੋਈ ਗਹਿਣਾ ਗੱਟਾ ਖਰੀਦ ਲਈਏ। ਆਖਰ ਪੁੱਤ ਨੌਕਰੀ ਕਰਦੇ ਨੇ, ਮਾਪੇ ਕਮਾਉਂਦੇ ਨੇ, ਆਪਣੀ ਜ਼ਮੀਨ ਜਾਇਦਾਦ ਵਧਾਉਂਦੇ ਨੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਸਤਿਗੁਰੂ ਨੇ ਕਿਹਾ, ਪਿਤਾ ਜੀ ਕਮਾਈ ਤਾਂ ਬਹੁਤ ਕੀਤੀ ਸੀ, ਪਰ ਜਿਹੜੀ ਕਮਾਈ ਹੈ ਉਹ 13-13 ਕਰਕੇ ਲੋਕਾਂ ਵਿੱਚ ਵੰਡ ਦਿੱਤੀ। 13-13 ਕਰਕੇ ਲੋਕਾਂ ਵਿੱਚ ਵੰਡ ਦਿੱਤੀ। ਮੈਂ ਆਪਣੇ ਕੋਲ ਕੁਝ ਨਹੀਂ ਰੱਖਿਆ, ਗਰੀਬਾਂ ਵਿੱਚ, ਲੋੜਵੰਦਾਂ ਵਿੱਚ ਸਭ ਕੁਝ ਵੰਡ ਦਿੱਤਾ। ਸੁਣ ਪੰਕਜ ਲੋਚਨ ਬੈਣ ਭਣੇ, ਆਣ ਕਮਾਈ ਕਰੀ ਇਹ ਥਾਈ। ਨ ਹਾਥ ਮੈਂ ਆਤ ਕਰੇ ਥਿਰਥਾ, ਇਤ ਆਵਤ ਹੈ ਉਤਿਓਂ ਚਲ ਜਾਈ। ਇਹ ਗੱਲ ਜੈ ਰਾਮ ਜੀ ਨੇ ਸੁਣ ਲਈ, ਉਹਨਾਂ ਦੇ ਜੀਜਾ ਜੀ ਨੇ। ਉਹਨਾਂ ਨੇ ਕਿਹਾ, ਪਿਤਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਪੁੱਛ ਰਹੇ ਸੀ ਕਿੰਨੀ ਕਮਾਈ ਕੀਤੀ ਹੈ, ਆਓ ਮੈਂ ਗੁਰੂ ਨਾਨਕ ਸਾਹਿਬ ਦੀ ਕਮਾਈ ਦੇ ਤੁਹਾਨੂੰ ਦਰਸ਼ਨ ਕਰਾਉਣਾ ਹੈ। ਸਵੇਰ ਹੋਈ ਜਦੋਂ ਸੁਲਤਾਨਪੁਰ ਲੋਧੀ ਲੈ ਕੇ ਜਾਣ ਲੱਗੇ ਨਾ, ਪਿੰਡ ਦੇ ਵਿੱਚ ਜਾਣ ਲੱਗੇ ਤੇ ਸਤਿਗੁਰੂ ਮਹਾਰਾਜ ਨਾਲ। ਅੱਜ ਲੋਕ ਵੇਖ ਰਹੇ ਨੇ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਆਏ ਨੇ ਤੇ ਲੋਕ ਹੱਥ ਜੋੜ ਕੇ ਅੱਗੇ ਖਲੋਗੇ, ਕਹਿਣਗੇ ਮਹਿਤਾ ਸਾਹਿਬ ਜੀ ਤੁਹਾਡਾ ਪੁੱਤਰ ਜਿੱਦਣ ਦਾ ਮੋਦੀ ਖਾਨੇ ਦਾ ਮੋਦੀ ਬਣਿਆ, ਸਾਡੇ ਘਰਾਂ ਵਿੱਚ ਸਾਡੇ ਤਵਿਆਂ ਤੇ ਰੋਟੀਆਂ ਪੱਕਣ ਲੱਗੀਆਂ, ਸਾਡੇ ਬੱਚਿਆਂ ਨੂੰ ਦੁੱਧ ਮਿਲਣ ਲੱਗਿਆ। ਲੋਕ ਆਏ, ਲੋਕਾਂ ਨੇ ਮੋਦੀ ਖਾਨੇ ਲੁਟਾਏ, ਲੋਕਾਂ ਨੇ ਆਪਣੇ ਘਰ ਭਰੇ, ਪਰ ਪਹਿਲਾ ਮੋਦੀ ਹੈ ਜਿਹਨੇ ਲੋਕਾਂ ਦੇ ਘਰ ਭਰ ਦਿੱਤੇ। ਪਹਿਲਾ ਮੋਦੀ ਹੈ ਜਿਸ ਨੇ ਆਪਣੀ ਦਸਵੰਧ ਦੀ ਕਮਾਈ ਨਾਲ ਗਰੀਬਾਂ ਨੂੰ ਵੀ ਜਿਹੜਾ ਹੈ ਉਹ ਅਨਾਜ ਪਾਣੀ ਦਿੱਤਾ। ਕਹਿਣਗੇ ਐਸਾ ਮੋਦੀ ਜਿਸ ਨੇ, ਐਸਾ ਭੰਡਾਰਿਆਂ ਦਾ ਮਾਲਕ ਆਇਆ ਜਿਹਨੇ ਸਾਡੇ ਤਵਿਆਂ ਤੇ ਰੋਟੀ ਪੱਕਣੀ ਸ਼ੁਰੂ ਹੋ ਗਈ। ਕਹਿਣਗੇ ਇਹ ਗੁਰੂ ਨਾਨਕ ਦੀ ਕਮਾਈ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ, ਸਾਨੂੰ ਵੀ ਸਮਝਾਇਆ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਜੇਕਰ ਉਦਮ ਕਰਨਾ ਤਾਂ ਇੱਕ ਉਦਮ ਜ਼ਰੂਰ ਕਰਿਓ। ਕਿਹੜਾ ਉਦਮ ਕਰਿਓ? ਉਦਮ ਕਰਤ ਸੀਤਲ ਮਨ ਭਏ, ਮਾਰਗ ਚਲਤ ਸਗਲ ਦੁੱਖ ਗਏ। ਗੁਰੂ ਅਰਜਨ ਸਾਹਿਬ ਵੀ ਇੱਕ ਉਦਮ ਕਰਨ ਦੀ ਗੱਲ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਵੀ ਸਾਨੂੰ ਇੱਕ ਉਦਮ ਦੀ ਗੱਲ ਦੱਸ ਕੇ ਗਏ ਨੇ। ਭਾਈ
ਕਿ ਉਦਮ ਕਰਨੇ ਤਾਂ ਸਭ ਤੋਂ ਪਹਿਲਾਂ ਉਦਮ ਕਰਨਾ ਅੰਮ੍ਰਿਤ ਵੇਲੇ ਜਾ ਕੇ ਪਰਮੇਸ਼ਰ ਦੀ ਇਬਾਦਤ ਕਰਕੇ ਸਤ ਸੰਗ ਵਿੱਚ ਜ਼ਰੂਰ ਆਉਣਾ। ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਜਿੱਦਣ ਸਤ ਸੰਗਤ ਵਿੱਚ ਆਉਣ ਦਾ ਉਦਮ ਕਰ ਲਿਆ, ਵੱਡੇ ਸਤਿਗੁਰੂ ਤੁਹਾਨੂੰ ਦੱਸ ਕੇ ਗਏ ਕਿ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ, ਤੇ ਸੋਦਰ ਸ਼ਾਮ ਨੂੰ ਸੋਦਰ ਦਾ ਪਾਠ ਕਰਨਾ, ਅੰਮ੍ਰਿਤ ਵੇਲੇ ਉੱਠ ਕੇ ਜਪਜੀ ਦਾ ਪਾਠ ਕਰਨਾ, ਸਤ ਸੰਗ ਵਿੱਚ ਆਉਣਾ। ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਭਾਈ ਜੇਕਰ ਇਹ ਉਦਮ ਕਰੋਗੇ ਨਾ, ਸਤ ਸੰਗਤ ਵਿੱਚ ਆਉਣ ਦਾ ਉਦਮ ਕਰੋਗੇ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਸੀਤਲ ਮਨ ਭਏ ਤੁਹਾਡਾ ਇਹ ਮਨ ਸੀਤਲ ਹੋਏਗਾ, ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ। ਗੁਰੂ ਸਵਾਰਿਓ, ਇਮਾਨਦਾਰੀ ਨਾਲ ਆਪੋ ਆਪਣੇ ਮਨ ਨੂੰ ਪੁੱਛੋ। ਜਿੱਦਣ ਅਸੀਂ ਕਿਤੇ ਸਤਸੰਗ ਨਹੀਂ ਆਉਂਦੇ, ਜਿੱਦਣ ਅਸੀਂ ਕਿਤੇ ਬਾਲਾ ਪ੍ਰੀਤਮ ਦੇ ਦਰ ਦੀ ਹਾਜ਼ਰੀ ਨਹੀਂ ਭਰਦੇ, ਉਦੋਂ ਤੁਸੀਂ ਵੇਖੋ ਸਾਰਾ ਦਿਨ ਬੇਚੈਨੀ ਹੁੰਦੀ ਹੈ। ਸਾਰਾ ਦਿਨ ਇਉਂ ਪਤਾ ਲੱਗਦਾ ਹੈ ਕਿ ਪਤਾ ਨਹੀਂ ਕੀ ਗਵਾਚ ਗਿਆ। ਪਰ ਜਿੱਦਣ ਅਸੀਂ ਬਾਲਾ ਪ੍ਰੀਤਮ ਦੇ ਦਰ ਤੇ ਆਉਂਦੇ ਹਾਂ, ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰ ਤੇ ਆਣ ਕੇ ਆਪਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹਾਂ, ਉਸ ਦਿਨ ਸਿੱਖ ਸਤਿਗੁਰਾਂ ਦੇ ਸਨਮੁਖ ਹੋ ਕੇ ਇਹ ਮਹਿਸੂਸ ਕਰਦਾ, ਤਨ ਮਨ ਖੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਮੇਰਾ ਮਨ ਮੇਰਾ ਤਨ ਜਿਹੜਾ ਹੈ ਉਹ ਨਿਹਾਲ ਹੋ ਜਾਂਦਾ ਹੈ ਜਦੋਂ ਮੈਂ ਆਪਣੇ ਸਤਿਗੁਰੂ ਦੇ ਦਰਸ਼ਨ ਕਰਦਾ ਹਾਂ। ਪਰ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਸਾਨੂੰ ਉਪਰਾਲਾ ਤੇ ਕਰਨਾ ਪਏਗਾ, ਸਾਨੂੰ ਉਦਮ ਤੇ ਕਰਨਾ ਪਏਗਾ, ਸਾਨੂੰ ਦਰਸ਼ਨ ਤੇ ਕਰਨੇ ਪੈਣਗੇ। ਇਹ ਨਹੀਂ ਕਿ ਸਤਿਗੁਰੂ ਦੇ ਦਰਸ਼ਨ ਅਸੀਂ ਆਪਣੀ ਕਾਰ ਵਿੱਚ ਆਪਣੇ ਘਰ ਵਿੱਚ ਫੋਟੋ ਲਈ ਤੇ ਫੋਟੋ ਦੇ ਦਰਸ਼ਨ ਕਰਕੇ ਧੂਪ ਬੱਤੀ ਦੇ ਕੇ ਅੱਗੇ ਵੱਧ ਗਏ। ਨਹੀਂ, ਗੁਰੂ ਸਵਾਰਿਓ, ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦੇ ਸ਼ਬਦ ਵਿੱਚੋਂ ਗੁਰੂ ਦੇ ਦਰਸ਼ਨ ਕਰੋ। ਗੁਰੂ ਦੇ ਦਰਸ਼ਨ ਕਰਨੇ ਨੇ ਸਤ ਸੰਗਤ ਵਿੱਚ ਕਰੋ। ਜਦੋਂ ਸਤ ਸੰਗਤ ਵਿੱਚ ਆਓਗੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਇੱਥੇ ਤੁਹਾਨੂੰ ਉਸ ਮਾਲਕ ਦੇ ਦਰਸ਼ਨ ਹੋਣਗੇ, ਪਰਮੇਸ਼ਰ ਦੇ ਦਰਸ਼ਨ ਹੋਣਗੇ। ਤੇ ਮੇਰੇ ਮਾਲਕ ਕਹਿੰਦੇ ਨੇ, ਮਾਰਗ ਚਲਤ ਸਗਲ ਦੁੱਖ ਗਏ, ਮਾਰਗ ਦੇ ਗੱਗੇ ਨੂੰ ਸਿਹਾਰੀ ਹੈ ਮਾਰਗ ਉੱਤੇ। ਜਦੋਂ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਤੁਰੋਗੇ, ਗੁਰੂ ਦੇ ਦਰਸਾਏ ਹੋਏ ਪੰਧ ਉੱਤੇ ਤੁਰ ਪਾਓਗੇ, ਤਾਂ ਤੁਹਾਡੇ ਸਾਰੇ ਜਿਹੜੇ ਦੁੱਖ ਨੇ ਉਹ ਦੂਰ ਹੋ ਜਾਣਗੇ। ਗੁਰੂ ਨਾਨਕ ਨੇ ਜਿਹੜਾ ਮਾਰਗ ਦਿੱਤਾ, ਸਤਿਗੁਰਾਂ ਨੇ ਜੋ ਸਾਨੂੰ ਮਾਰਗ ਦਿੱਤਾ, ਉਹ ਨਿਰਮਲ ਪੰਥ ਦਾ ਮਾਰਗ ਸੀ। ਗੁਰੂ ਨਾਨਕ ਨੇ ਜਿਹੜਾ ਸਾਨੂੰ ਮਾਰਗ ਦਿੱਤਾ, ਉਹ ਸੰਗਤ ਤੇ ਪੰਗਤ ਦਾ ਮਾਰਗ ਸੀ, ਉਹ ਨਾਮ ਜਪਣ ਦਾ ਮਾਰਗ ਸੀ, ਉਹ ਬੰਦਗੀ ਦਾ ਮਾਰਗ ਸੀ, ਪਰਮੇਸ਼ਰ ਵਿੱਚ ਅਭੇਦ ਹੋਣ ਦਾ ਮਾਰਗ ਸੀ, ਉਹ ਬਾਣੀ ਪੜ੍ਹਨ ਦਾ ਮਾਰਗ ਸੀ। ਬੜਾ ਪਿਆਰਾ ਮਾਰਗ ਸੀ ਨਾ, ਕਿ ਆਇਓ ਸੁਣਨ ਪੜ੍ਹਨ ਕੋ ਬਾਣੀ। ਭਈ ਮਾਰਗ ਹੈ, ਤੂੰ ਆਇਆ ਹੀ ਇਸ ਵਾਸਤੇ ਹੈ, ਬਾਣੀ ਨੂੰ ਸੁਣਨ, ਬਾਣੀ ਨੂੰ ਪੜ੍ਹਨ ਵਾਸਤੇ। ਤੇ ਜੇਕਰ ਸਾਨੂੰ ਆਪਣੀ ਮਾਂ ਬੋਲੀ ਨਾ ਆਉਂਦੀ ਹੋਵੇ, ਜੇਕਰ ਸਾਨੂੰ ਗੁਰਮੁਖੀ ਲਿਪੀ ਨਾ ਆਉਂਦੀ ਹੋਵੇ, ਤਾਂ ਅਸੀਂ ਕੀ ਆਪਣੇ ਸਤਿਗੁਰਾਂ ਨਾਲ ਗੱਲਾਂ ਕਰ ਸਕਦੇ ਹਾਂ ਜਾਂ ਗੁਰੂ ਦੇ ਮਾਰਗ ਤੇ ਤੁਰ ਸਕਦੇ ਹਾਂ? ਜਿਸ ਭਾਸ਼ਾ ਵਿੱਚ ਮੇਰੇ ਮਾਲਕ ਨੇ ਬਾਣੀ ਉਚਾਰਨ ਕੀਤੀ, ਜੇ ਉਹ ਸਾਨੂੰ ਬੋਲੀ ਉਹ ਭਾਸ਼ਾ ਨਹੀਂ ਆਏਗੀ, ਤਾਂ ਅਸੀਂ ਕਿਵੇਂ ਗੁਰੂ ਦੇ ਮਾਰਗ ਤੇ ਤੁਰਾਂਗੇ? ਮੇਰੇ ਮਾਲਕ ਸਤਿਗੁਰੂ ਜੀ ਨੇ ਜੋ ਸਾਨੂੰ ਸਚਿਆਰ ਹੋਣ ਦਾ ਮਾਰਗ ਦਿੱਤਾ, ਧਰਮ ਦਾ ਮਾਰਗ ਦਿੱਤਾ, ਇਹ ਸਤਸੰਗ ਦਾ ਮਾਰਗ ਦਿੱਤਾ, ਇਹਦੇ ਉੱਤੇ ਉਦੋਂ ਹੀ ਤੁਰਿਆ ਜਾ ਸਕਦਾ ਹੈ ਜਦੋਂ ਅਸੀਂ ਆਪਣੇ ਸਤਿਗੁਰਾਂ ਨਾਲ ਗੱਲਾਂ ਕਰਾਂਗੇ, ਸਹਿਜ ਪਾਠ ਕਰਾਂਗੇ, ਗੁਰਬਾਣੀ ਨੂੰ ਵਿਚਾਰ ਕੇ ਪੜ੍ਹਾਂਗੇ, ਫਿਰ ਇਸ ਧਰਮ ਦੇ ਮਾਰਗ ਤੇ ਤੁਰ ਸਕਦੇ ਹਾਂ, ਫਿਰ ਗੁਰੂ ਨਾਨਕ ਦੇ ਫਲਸਫੇ ਉੱਤੇ ਤੁਰ ਸਕਦੇ ਹਾਂ। ਮੇਰੇ ਮਾਲਕ ਕਹਿੰਦੇ, ਇਤ ਮਾਰਗ ਚੱਲੈ ਭਾਈ ਅੜੇ, ਗੁਰ ਕਹਿ ਸੋ ਕਾਰ ਕਮਾਏ ਜੀਓ, ਤੇ ਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਓ ਜੀਓ, ਇਉਂ ਭਾਵੈ ਹਰ ਦਰਸਾਵੜਾ ਨ ਲੱਗੈ ਤਤੀ ਵਾਓ ਜੀਓ। ਜਿਹੜਾ ਸਤਿਗੁਰਾਂ ਨੇ ਸਾਨੂੰ ਮਾਰਗ ਦਿੱਤਾ ਹੈ, ਉਸ ਧਰਮ ਦੇ ਮਾਰਗ ਤੇ ਤੁਰਨਾ ਹੈ। ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਰਗ ਦਿੱਤਾ ਹੈ ਨਾ, ਉਸ ਮਾਰਗ ਤੇ ਤੁਰਨਾ। ਜਿਹੜਾ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਤੁਰਦਾ ਹੈ, ਸਤਿਗੁਰੂ ਕਹਿੰਦੇ ਉਹ ਮੇਰਾ ਪੁੱਤ ਹੈ, ਉਹ ਮੇਰਾ ਭਰਾਤਾ ਹੈ, ਉਹ ਮੇਰਾ ਸਿੱਖ ਹੈ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕਹਿ ਭਾਣੇ ਵਿੱਚ ਆਵੈ। ਮੇਰੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਇਸ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਤੁਰੋਗੇ, ਤੁਹਾਨੂੰ ਤੱਤੀਆਂ ਵਾਵਾਂ ਨਹੀਂ ਲੱਗਣਗੀਆਂ, ਕੋਈ ਦੁੱਖ ਤੁਹਾਡੀ ਜ਼ਿੰਦਗੀ ਵਿੱਚ ਨਹੀਂ ਆਏਗਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਨਾਮ ਜਪਤ ਮਨ ਭਏ ਆਨੰਦ, ਰਸ ਗਾਏ
ਗੁਣ ਪਰਮਾਨੰਦ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਨਾਮ ਜਪਣ ਦਾ ਮਾਰਗ ਮੇਰੇ ਮਾਲਕ ਨੇ ਦਿੱਤਾ, ਨਾਮ ਜਪਣ ਦੀ ਜਿਹੜੀ ਗੱਲ ਕਹੀ, ਜਦੋਂ ਨਾਮ ਜਪੋਗੇ ਤੇ ਤੁਹਾਡੇ ਜੀਵਨ ਵਿੱਚ ਆਨੰਦ ਆਏਗਾ, ਜੀਵਨ ਆਨੰਦ ਨਾਲ ਭਰਪੂਰ ਹੋ ਜਾਏਗਾ। ਪਰ ਨਾਲ ਦੀ ਨਾਲ ਕੀ ਕਰਨਾ ਹੈ? ਰਸ ਗਾਏ ਗੁਣ ਪਰਮਾਨੰਦ। ਬੱਦਾ ਚੱਟੀ ਨਹੀਂ ਗਾਉਣੇ, ਪਰਮਾਨੰਦ ਦੇ ਗੁਣ, ਪਰਮੇਸ਼ਰ ਦੇ ਗੁਣ ਰਸ ਸਹਿਤ, ਪ੍ਰੇਮ ਸਹਿਤ, ਆਨੰਦ ਸਹਿਤ ਗੁਣ ਗਾਉਣੇ ਨੇ। ਤੇ ਇਹ ਗੁਣ ਗਾਇਨ ਕਰਨ ਦਾ ਮੇਰੇ ਮਾਲਕ ਸਤਿਗੁਰੂ ਜੀ ਨੇ ਸਭ ਤੋਂ ਸੋਹਣਾ ਤੇ ਸਭ ਤੋਂ ਵਧੀਆ ਢੰਗ ਤੇ ਵੇਲਾ ਵੀ ਸਾਨੂੰ ਕਿਹੜਾ ਦੱਸਿਆ? ਅੰਮ੍ਰਿਤ ਵੇਲਾ, ਸੱਚ ਨਾਉ, ਵਡਿਆਈ ਵਿਚਾਰ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਆਖ ਕੇ ਗਏ, ਭਲਿਆ ਅੰਮ੍ਰਿਤ ਵੇਲੇ ਉੱਠ ਕੇ ਵੱਡੇ ਦੀਆਂ ਵਡਿਆਈਆਂ ਦੀ ਵਿਚਾਰ ਕਰਿਆ ਕਰ, ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣ ਗਾਇਆ ਕਰ। ਵੇਖ ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਾਓ ਅਪਾਰ। ਉਹਦੀ ਬੋਲੀ ਬੜੇ ਪ੍ਰੇਮ ਦੀ ਹੈ ਤੇ ਉਹ ਪ੍ਰੇਮ ਦੀ ਬੋਲੀ ਵਿੱਚ ਹੀ ਰੀਝਦਾ ਹੈ। ਜਿਸ ਦਿਨ ਪ੍ਰੇਮ ਨਾਲ ਉਸ ਪਰਮੇਸ਼ਰ ਦੇ ਵਾਹਿਗੁਰੂ ਦੇ ਗੁਣ ਗਾਏਗਾ ਤੇ ਮੇਰੇ ਮਾਲਕ ਅੱਗੇ ਚੱਲ ਕੇ ਦਸਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ, ਪ੍ਰੇਮ ਨਾਲ ਉਸ ਵਾਹਿਗੁਰੂ ਜੀ ਦੀ ਬੰਦਗੀ ਕੀਤੀ, ਉਸ ਮਾਲਕ ਪਰਮੇਸ਼ਰ ਜੀ ਦੇ ਗੁਣ ਗਾਏ, ਉਹਨਾਂ ਨੇ ਉਸ ਨੂੰ ਪ੍ਰਾਪਤ ਕਰ ਲਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਦੂਜੇ ਬੰਦ ਵਿੱਚ ਆਖਦੇ ਨੇ, ਨੇਤਰ ਪੁਨੀਤ ਪੇਖਤ ਹੀ ਦਰਸ, ਧਨ ਮਸਤਕ ਚਰਨ ਕਮਲ ਹੀ ਪਰਸ। ਸਤਿਗੁਰੂ ਕਹਿੰਦੇ ਜਿਸ ਦਿਨ ਨਾਮ ਨਾਲ ਜੁੜ ਗਏ, ਸਤ ਸੰਗਤ ਵਿੱਚ ਆ ਗਏ, ਸਤ ਸੰਗਤ ਵਿੱਚ ਉਸ ਹਰੀ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨ ਹੋ ਗਏ ਤੇ ਇਹ ਨੇਤਰ ਵੀ ਤੁਹਾਡੇ ਸਫਲ ਹੋ ਗਏ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਜਦੋਂ ਮਾਲਕ ਦੇ ਦਰਸ਼ਨ ਹੋ ਗਏ ਨਾ, ਤੇ ਇਹ ਤੁਹਾਡੇ ਨੇਤਰ ਵੀ ਪੁਨੀਤ ਹੋ ਗਏ, ਨੇਤਰ ਵੀ ਪਵਿੱਤਰ ਹੋ ਗਏ ਤੇ ਤੁਹਾਡਾ ਮਸਤਕ ਵੀ ਜਿਹੜਾ ਹੈ ਉਹ ਸਫਲਾ ਹੋ ਗਿਆ। ਜਿਸ ਦਿਨ ਗੁਰੂ ਦੇ ਚਰਨਾਂ ਤੇ ਇਹ ਮੱਥਾ ਟੇਕ ਦਿੱਤਾ, ਉਸ ਦਿਨ ਕੇਵਲ ਮਸਤਕ ਨਹੀਂ, ਤੁਹਾਡਾ ਜੀਵਨ ਵੀ ਸਫਲਾ ਹੋ ਗਿਆ। ਤੇ ਮੇਰੇ ਮਾਲਕ ਕਹਿੰਦੇ ਨੇ, ਗੋਬਿੰਦ ਕੀ ਟਹਿਲ ਸਫਲ ਏ ਕਾਇਆ, ਸੰਤ ਪ੍ਰਸਾਦ ਪਰਮ ਪਦ ਪਾਇਆ। ਗੋਬਿੰਦ ਕੀ ਟਹਿਲ, ਪਰਮੇਸ਼ਰ ਦੀ ਟਹਿਲ ਸੇਵਾ ਜਿਸ ਦਿਨ ਕਰੋਗੇ ਨਾ, ਸਫਲ ਏ ਕਾਇਆ। ਹੱਥਾਂ ਦੀ ਗੱਲ ਛੱਡੋ, ਮਸਤਕ ਦੀ ਗੱਲ ਛੱਡੋ, ਪੈਰਾਂ ਦੀ ਗੱਲ ਛੱਡੋ, ਨੇਤਰਾਂ ਦੀ ਗੱਲ ਛੱਡੋ, ਸਤਿਗੁਰੂ ਕਹਿੰਦੇ ਸਾਰੀ ਕਾਇਆ ਹੀ ਤੁਹਾਡੀ ਸਫਲ ਹੋ ਜਾਏਗੀ। ਪਰ ਗੁਰੂ ਅਰਜਨ ਸਾਹਿਬ ਜਿਹੜੀ ਗੱਲ ਕਹਿੰਦੇ ਨੇ ਨਾ, ਬੇਨਤੀ ਕਰਦੇ ਨੇ, ਹੁਕਮ ਨਹੀਂ ਕਰ ਰਹੇ, ਉਸ ਬੇਨਤੀ ਨੂੰ ਅਸੀਂ ਸਵੀਕਾਰ ਕਰ ਲਈਏ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਇਹ ਗੁਰੂ ਦੀ ਟਹਿਲ ਸੇਵਾ ਕਰਨ ਦਾ ਵੇਲਾ ਹੈ, ਇਹ ਗੋਬਿੰਦ ਦੀ ਟਹਿਲ ਸੇਵਾ ਕਰਨ ਦਾ ਵੇਲਾ ਹੈ, ਇਹ ਗੁਰੂ ਦੀ ਟਹਿਲ ਸੇਵਾ ਕਰਨ ਦਾ ਸਮਾਂ ਸਾਨੂੰ ਪ੍ਰਾਪਤ ਹੋਇਆ। ਤੇ ਜੇ ਗੁਰੂ ਦੇ ਦਰ ਤੇ ਆਇਆ ਤੇ ਗੁਰੂ ਦੇ ਦਰ ਤੇ ਆਣ ਕੇ ਮੰਗੀ ਇਹ ਲਈਏ, ਟਹਿਲ ਸੰਤਨ ਕੀ ਸੰਗ ਸਾਧੂ ਕਾ, ਹਰ ਨਾਮਾ ਜਪ ਪਰਮ ਗਤੇ। ਐਸੀ ਮੰਗ ਗੋਬਿੰਦ ਤੇ। ਮੇਰੇ ਮਾਲਕ ਜੀਓ ਸਾਨੂੰ ਇਹੋ ਜੀ ਦਾਤ ਬਖਸ਼ਿਸ਼ ਕਰ ਕਿ ਤੇਰੇ ਸੰਤਾਂ ਪੁਰਸ਼ਾਂ ਦੀ ਤੇ ਦਰ ਦੀ ਸਾਨੂੰ ਟਹਿਲ ਸੇਵਾ ਪ੍ਰਾਪਤ ਹੋ ਜਾਏ। ਜਦੋਂ ਅਸੀਂ ਤੇਰੇ ਸਤ ਸੰਗੀਆਂ ਦੀ ਟਹਿਲ ਸੇਵਾ ਕਰਾਂਗੇ ਤਾਂ ਸਤ ਸੰਗਤ ਵਿੱਚ ਵੀ ਤੂੰ ਵਸਦਾ ਹੈ, ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਾਹ ਬੈਸਣ ਪਾਈ ਹੈ। ਅਸੀਂ ਤੇਰੀ ਖਲਕਤ ਦੀ ਸੇਵਾ ਕਰਾਂਗੇ, ਤੇਰੇ ਦਰ ਤੇ ਟਿਕਾਣਾ ਪ੍ਰਾਪਤ ਹੋਏਗਾ, ਇਹ ਕਾਇਆ ਸਫਲੀ ਹੋ ਜਾਏਗੀ। ਮੇਰੇ ਮਾਲਕ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਪਰਮ ਪਦ ਦੀ ਪ੍ਰਾਪਤੀ ਹੋਵੇਗੀ। ਜਨ ਕੀ ਕੀਨੀ ਆਪ ਸਹਾਏ, ਸੁਖ ਪਾਇਆ ਲਗਦਾ ਸਾਂ ਪਾਏ। ਮੇਰੇ ਮਾਲਕ ਕਹਿੰਦੇ ਨੇ ਜਿਸ ਦਿਨ ਤੁਸੀਂ ਜਿਹੜਾ ਹੈ ਉਹ ਸਤ ਸੰਗੀਆਂ ਦੇ ਚਰਨੀ ਲੱਗ ਗਏ, ਉਸ ਦੇ ਦਾਸਾਂ ਦੇ ਪੈਰੀਂ ਲੱਗ ਗਏ, ਸਤ ਸੰਗੀਆਂ ਦੇ ਨਾਲ ਜੁੜ ਗਏ, ਨਾਮ ਜਪਣ ਵਾਲੇ ਭਜਨੀਕ ਪੁਰਸ਼ਾਂ ਦੇ ਨਾਲ ਜੁੜ ਗਏ, ਭਾਵ ਕਿ ਗੁਰੂ ਨਾਲ ਜੁੜ ਗਏ, ਜਿਸ ਗੁਰੂ ਨੇ ਆਪ ਜਪਿਆ ਤੇ ਦੂਜਿਆਂ ਨੂੰ ਜਪਾਇਆ ਹੈ। ਸਤਿਗੁਰੂ ਕਹਿੰਦੇ ਉਸ ਦਿਨ ਸੁੱਖ ਵੀ ਪ੍ਰਾਪਤ ਹੋਏਗਾ ਤੇ ਉਸ ਜਨ ਨੇ ਉਸ ਮਾਲਕ ਨੂੰ ਪ੍ਰਾਪਤ ਵੀ ਕਰ ਲਿਆ ਤੇ ਉਹ ਮਾਲਕ ਆਪਣੇ ਜਨਾਂ ਦੀ ਆਪ ਸਹਾਇਤਾ ਵੀ ਕਰਦਾ ਹੈ।
ਉਹ ਮਾਲਕ ਆਪ ਉਹਨਾਂ ਦੀ ਮਦਦ ਵੀ ਕਰਦਾ ਹੈ, ਆਪ ਸਹਾਇਤਾ ਵੀ ਕਰਦਾ ਹੈ। ਤੇ ਮੇਰੇ ਮਾਲਕ ਕਹਿੰਦੇ ਬਸ਼ਰਤ ਇੱਕੋ ਹੀ ਹੈ ਕਿ ਉਹਦੇ ਦਾਸ ਬਣ ਕੇ, ਉਹਦੇ ਸੇਵਕ ਬਣ ਕੇ ਸਭ ਤੋਂ ਪਹਿਲਾਂ ਕੀ ਕਰੀਏ? ਆਪ ਗਿਆ ਤਾਂ ਆਪੈ ਭਏ, ਕਿਰਪਾ ਨਿਧਾਨ ਕੀ ਸ਼ਰਨੀ ਪਏ। ਜਦੋਂ ਅਸੀਂ ਆਪਣੇ ਅੰਦਰੋਂ ਮੈਂ ਮੇਰੀ ਖਤਮ ਕਰ ਦਿਆਂਗੇ, ਪਹਿਲਾਂ ਆਪਣਾ ਆਪਾਂ ਮਾਰ ਦਿਆਂਗੇ। ਜਦੋਂ ਆਪਣਾ ਆਪਾਂ ਮਾਰ ਦਿਆਂਗੇ, ਆਪਣੀ ਹਉਮੈ ਨੂੰ ਮਾਰ ਦਿਆਂਗੇ, ਤਾਂ ਆਪੇ ਭਏ ਤਾਂ ਪਰਮੇਸ਼ਰ ਦਾ ਰੂਪ ਹੋ ਜਾਵਾਂਗੇ। ਪਰਮੇਸ਼ਰ ਦਾ ਰੂਪ ਹੋਣ ਵਾਸਤੇ, ਸਚਿਆਰ ਹੋਣ ਵਾਸਤੇ ਸਾਨੂੰ ਕੂੜ ਦੀ ਪਾਲ ਤੋੜਨੀ ਪਏਗੀ, ਆਪਣੀ ਹਉਮੈ ਨੂੰ ਤਿਆਗਣਾ ਪਏਗਾ। ਕੋਈ ਦਾਣਾ ਜਿੰਨਾ ਚਿਰ ਆਪਣੇ ਆਪ ਨੂੰ ਮਿੱਟੀ ਵਿੱਚ ਨਹੀਂ ਮਿਲਾ ਲੈਂਦਾ, ਉਨਾ ਚਿਰ ਉਹ ਫੁੱਲ ਜਾਂ ਗੁਲਦਸਤਾ ਨਹੀਂ ਬਣਦਾ। ਚਾਹੀਦਾ ਤਾਂ ਇਹੀ ਹੈ कि मिटा दे अपनी हस्ती को, मर्तबा चाहे दाना खाक में मिलके गुले गुलजार होता है। सतगुरु पातशाह कहते अपने आप नूं मिटा के वो किरपा निधान दी शरणी पै जा, वो अकाल पुरख वाहिगुरु फिर आपे ही किरपा करेगा। जो तेरे मन विच है उस परमेश्वर विच अभेद होना, उस परमेश्वर विच लीन होना, जो तू चाहुना वो तेनू प्राप्त होएगा। सतगुरु कहते जो चाहत सोई जब पाया, तब ढूंढन कहाँ को जाया। जिस रब नू चाहुंदा सी वो प्राप्त हो गया। जो चाहत सोई मन पायो, पर कदों पाया? जदों संत जना मिल हर जस गायो, कोट जन्म के दूख गवायो। जो चाहत सोई मन पायो, कर किरपा हर नाम दिवायो। सत संगत विचों प्राप्त होया। मेरे मालक कहंदे ओ रब प्राप्त हो गया। हुण उस रब नूं ढूंढण वास्ते ये बाहर नहीं जांदा। ਪਹਿਲਾਂ ਜੋ ਜਿਸ ਤਰ੍ਹਾਂ ਕਹਿ ਦਿੰਦਾ ਸੀ ਵੀ ਰੱਬ ਜੰਗਲ ਵਿੱਚ ਹੈ, ਰੱਬ ਕਿਸੇ ਹੋਰ ਪਹਾੜਾਂ ਤੇ ਹੈ, ਇਹ ਉਧਰ ਹੀ ਚਲਾ ਜਾਂਦਾ ਸੀ, ਉਸ ਪਾਸੇ ਹੀ ਚਲਾ ਜਾਂਦਾ ਸੀ। ਹੁਣ ਇਹਨੂੰ ਸਮਝ ਆ ਗਈ, ਊਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਹੁਣ ਉਸ ਪਾਸੇ ਤਾਂ ਜਾਈਏ ਨਾ ਜੇ ਇੱਥੇ ਨਾ ਹੋਵੇ। ਭਈ ਰੱਬ ਤਾਂ ਮੇਰੇ ਕੋਲ ਹੀ ਹੈ। ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਹੁਣ ਜਦੋਂ ਰੱਬ ਨੂੰ ਆਪਣੇ ਹਿਰਦੇ ਵਿੱਚ ਖੋਜ ਲਿਆ, ਇਹਨੂੰ ਸਮਝ ਆ ਗਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਫਿਰ ਟਿਕ ਕੇ ਬਹਿ ਗਿਆ। ਅਸਥਿਰ ਭਏ ਬਸੇ ਸੁਖ ਆਸਨ, ਗੁਰ ਪ੍ਰਸਾਦ ਨਾਨਕ ਸੁਖ ਬਾਸਨ। ਮੇਰੇ ਮਾਲਕ ਸਤਿਗੁਰੂ ਕਹਿੰਦੇ ਫਿਰ ਅਸਥਿਰ ਹੋ ਗਿਆ, ਟਿਕ ਗਿਆ ਤੇ ਇਹਦੇ ਜੀਵਨ ਵਿੱਚ ਸੁੱਖ ਆ ਗਿਆ, ਆਨੰਦ ਆ ਗਿਆ। ਕਿਉਂ? ਕਿਉਂਕਿ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, ਪਰਮੇਸ਼ਰ ਵਿੱਚ ਇੱਕਮਿਕ ਹੋ ਗਿਆ। ਹੁਣ ਉਸ ਅਵਸਥਾ ਤੱਕ ਪਹੁੰਚ ਗਿਆ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਕਹਿਣਗੇ ਗੁਰੂ ਨੇ ਕਿਰਪਾ ਕਰ ਦਿੱਤੀ, ਗੁਰ ਪ੍ਰਸਾਦ ਨਾਨਕ ਸੁਖ ਬਾਸਨ। ਹੇ ਨਾਨਕ, ਗੁਰੂ ਦੀ ਕਿਰਪਾ ਨਾਲ ਹੁਣ ਇਹਦਾ ਸੁਖ ਵਿੱਚ ਵਾਸਾ ਹੋ ਗਿਆ। ਆਨੰਦ ਦਾ ਜੀਵਨ ਜਿਹੜਾ ਹੈ ਉਹ ਬਤੀਤ ਕਰਦਾ ਹੈ। ਜੀਵਨ ਦਾ ਆਨੰਦਮਈ ਜੀਵਨ ਉਹੀ ਬਤੀਤ ਕਰਦਾ ਹੈ ਜਿਹੜਾ ਸਤਸੰਗ ਵਿੱਚ ਆਉਂਦਾ ਹੈ, ਜਿਹੜਾ ਨਾਮ ਜਪਦਾ ਹੈ, ਬੰਦਗੀ ਕਰਦਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨ।